ਵਾਹਿਗੁਰੂ ਵਾਹਿਗੁਰੂ। ਸੁਕੋ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਿਫਤ ਖਸਮ ਨੂਰ ਅਰਸੋ ਕੁਰਸੋ ਚਟੀ। ਤੁਧ ਡਿਠੇ ਸਚੇ ਪਾਤਸ਼ਾਹ ਬਲ ਜਨਮ ਜਨਮ ਦੇ ਸਜਨ ਸਚਿਆ ਪਾਤਸ਼ਾਹ। ਸਹਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਏਸਾ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸਕਲ ਕਲਾ ਸਮਰੱਥ ਸੁਖ ਦਾਤਾ। ਅਬ ਕੁਛ ਭੇਦ ਆਪ ਕੋ ਜਾਤਾ। ਸੁਨ ਕਲਗੀ ਧਰ ਪੁਨ ਸਮਝਾਇਓ। ਤੇਰੇ ਉਰ ਕੋ ਭਰਮ ਮਿਟਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਨੇ ਆ ਕੇ ਪਾਰਸ ਭੇਟ ਕੀਤਾ। ਮਹਾਰਾਜ ਸਾਹਿਬ ਜੀ ਇਸ ਦੀ ਪਰਖ ਕਰਨ ਵਾਸਤੇ ਜਾਣ ਬੁੱਝ ਕੇ ਪਾਰਸ ਪਾਣੀ ਵਿੱਚ ਸੁੱਟਿਆ। ਸਿੱਖ ਨੇ ਜਾਣਿਆ ਮਹਾਰਾਜ ਨੂੰ ਪਾਰਸ ਦੀ ਕਦਰ ਨਹੀਂ ਹੈ। ਸਤਿਗੁਰੂ ਕਹਿਣ ਲੱਗੇ, ਸਿੱਖਾ ਗੁਰੂ ਦਾ ਸਰੀਰ ਹੀ ਪਾਰਸ ਹੈ। ਇਸ ਤਰ੍ਹਾਂ ਕਹਿ ਕੇ ਜਲ ਦੇ ਨਾਲ ਆਪਣੇ ਹੱਥ ਧੋ ਕੇ ਧਰਤੀ ਸੋਨੇ ਦੀ ਕਰਕੇ ਵਿਖਾਈ ਹੈ। ਫਿਰ ਵੀ ਇਸ ਦੇ ਮਨ ਦੇ ਵਿੱਚ ਪਾਰਸ ਦਾ ਪਛਤਾਵਾ ਹੈ। ਸਤਿਗੁਰੂ ਕਹਿਣ ਲੱਗੇ, ਜਾਓ ਸਤਲੁਜ ਦੇ ਵਿੱਚੋਂ ਆਪਣਾ ਪਾਰਸ ਪ੍ਰਾਪਤ ਕਰ ਲਓ। ਜਦੋਂ ਸਤਲੁਜ ਦਰਿਆ ਦੇ ਵਿੱਚ ਵੜਿਆ, ਕੀ ਵੇਖਦਾ, ਬੜੇ ਬੜੇ ਕੀਮਤੀ ਜਵਾਹਰਾਤ, ਹੀਰੇ, ਲਾਲ ਮੋਤੀ ਖਜ਼ਾਨਾ ਹੀ ਭਰੇ ਪਏ। ਵੇਖ ਕੇ ਮਨ ਦਾ ਭਰਮ ਟੁੱਟਿਆ। ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਬੇਨਤੀਆਂ ਕਰਦਾ ਹੈ। ਇਤਿਹਾਸ ਆਪਾਂ ਪਿਛਲੇ ਦੀਵਾਨ ਅੰਦਰ ਸਰਵਣ ਕਰਿਆ ਹੈ। ਅੱਗੇ ਜਿਵੇਂ ਪਾਤਸ਼ਾਹ ਕਿਰਪਾ ਕਰਦੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਕਲ ਕਲਾ ਸਮਰੱਥ ਸੁਖ ਦਾਤਾ। ਸਤਿਗੁਰਾਂ ਦੇ ਚਰਨਾਂ ਦੇ ਨਾਲ ਲਪਟ ਕੇ, ਚਰਨ ਆਪਣੇ ਹੱਥ ਵਿੱਚ ਫੜ ਕੇ ਮਹਾਰਾਜ ਜੀਆਂ ਦੇ ਚਰਨਾਂ ਦੇ ਉੱਪਰ ਸਿਰ ਰੱਖ ਕੇ ਆਖਣ ਲੱਗਾ, ਸਤਿਗੁਰੂ ਆਪ ਜੀ ਸਾਰੀਆਂ ਕਲਾਂ ਦੇ ਸਮਰੱਥ ਹੋ। ਆਪ ਜੀ ਮਹਾਰਾਜ ਸੁਖਦਾਇਕ, ਸੁੱਖਾਂ ਨੂੰ ਦੇਣ ਵਾਲੇ ਹੋ। ਮੈਂ ਆਪ ਜੀ ਦੀ ਮਹਿਮਾ ਜਾਣ ਨਹੀਂ ਸਕਿਆ। ਇੱਕ ਤੁੱਛ ਜਿਹਾ ਪਾਰਸ ਭੇਟ ਕਰਕੇ ਤੇ ਮਨ ਵਿੱਚ ਭਰਮ ਕਰ ਲਿਆ। ਮੈਂ ਗੁਰੂ ਦੇ ਉੱਪਰ ਪਰਉਪਕਾਰ ਕੀਤਾ ਹੈ, ਪਰ ਮਹਾਰਾਜ ਸਾਹਿਬ ਜੀ ਤੁਹਾਡੀ ਮਹਿਮਾ ਹੁਣ ਜਾਣੀ ਹੈ। ਅਣਜਾਣੇ ਵਿੱਚ ਜੋ ਮੈਂ ਬਚਨ ਕਰ ਬੈਠਾ, ਇਹਦੀ ਮੈਂ ਆਪ ਕੋਲੋਂ ਮਾਫੀ ਮੰਗਦਾ ਹਾਂ। ਅਬ ਕੁਛ ਭੇਦ ਆਪ ਕੋ ਜਾਤਾ। ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਦੇ ਭੇਦ ਨੂੰ ਉਹੀ ਜਾਣ ਸਕਦਾ ਹੈ ਜਿਸ ਨੂੰ ਤੁਸੀਂ ਕਿਰਪਾ ਕਰੋ। ਜਿਸ ਨੂੰ ਆਪ ਜਨਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੇ। ਮਹਾਰਾਜ ਜਿਸ ਨੂੰ ਆਪ ਜਨਾਉਂਦੇ ਹੋ ਨਾ, ਦੱਸਦੇ ਹੋ ਕਿਰਪਾ ਕਰਕੇ, ਉਹੀ ਤੁਹਾਡੀ ਕਲਾ ਨੂੰ, ਸਮਰੱਥਾ ਨੂੰ ਜਾਣ ਸਕਦਾ ਹੈ। ਜਿਹਨੂੰ ਆਪ ਜੀ ਨਹੀਂ ਜਨਾਉਣਾ ਚਾਹੁੰਦੇ, ਉਹਦੀ ਮੱਤ 'ਤੇ ਪੜਦਾ ਵੀ ਆਪ ਪਾ ਦਿੰਦੇ ਹੋ। ਪਾਤਸ਼ਾਹ ਇਹ ਸਾਰੇ ਆਪ ਜੀ ਦੇ ਚੋਜ ਹਨ। ਸੁਨ ਕਲਗੀ ਧਰ ਪੁਨ ਸਮਝਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਸਿੱਖ ਦੀਆਂ ਇਸ ਤਰ੍ਹਾਂ ਦੀਆਂ ਬੇਨਤੀਆਂ ਸੁਣ ਕੇ ਤੇ ਮਹਾਰਾਜ ਸਾਹਿਬ ਜੀ ਫਿਰ ਸਿੱਖ ਨੂੰ ਸ਼ਰਨ ਵਿੱਚ ਪਿਆ ਹੋਇਆ ਜਾਣ ਕੇ ਮਹਾਰਾਜ ਸਮਝਾਉਣ ਲੱਗੇ ਹਨ। ਤੇਰੇ ਉਰ ਕੋ ਭਰਮ ਮਿਟਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਿੱਖਾ ਗੁਰੂ ਨੂੰ ਨਾ ਪਾਰਸ ਦੀ ਕਮੀ ਹੈ, ਨਾ ਗੁਰੂ ਦੇ ਕੋਲ ਕਿਸੇ ਮਾਇਆ ਜਾਂ ਪਦਾਰਥ ਦੀ ਕਮੀ ਹੈ।
ਸਤਿਗੁਰੂ ਤੇ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਉਹਨਾਂ ਰੰਕਾਂ ਕੰਗਾਲਾਂ ਨੂੰ ਮਹਾਰਾਜ ਬਾਦਸ਼ਾਹ ਬਣਾ ਦਿੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ ਕੀਤੀ ਸੀ ਨਾ, ਇੱਕ ਬਾਲਕ ਨੇ ਰਾਤ ਨੂੰ ਛੋਲੇ ਦਿੱਤੇ ਖਾਣ ਵਾਸਤੇ, ਤੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਸੀ, ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ, ਆਓ ਬਹੁ ਸੁਲਤਾਨ। ਮਹਾਰਾਜ ਕਹਿਣ ਲੱਗੇ ਭਾਈ ਇਹ ਭਾਉ ਤੇਰਾ ਜਿਹੜਾ ਹੈ ਨਾ ਪ੍ਰੇਮ, ਇਹੋ ਹੀ ਸਾਡੇ ਵਾਸਤੇ ਤੇਰਾ ਇਹ ਬਿਸਤਰਾ ਹੈ, ਔਰ ਅਸੀਂ ਪਰਮਾਤਮਾ ਦੀ ਸਿਫਤ ਵਿੱਚ ਰੱਜੇ ਹੋਏ ਹਾਂ, ਸਾਨੂੰ ਪਕਵਾਨ ਦੀ ਲੋੜ ਨਹੀਂ ਹੈ, ਐ ਬਾਦਸ਼ਾਹ ਆ ਸਾਡੇ ਕੋਲ ਬੈਠ। ਇਸ ਤਰ੍ਹਾਂ ਕਹਿ ਕੇ ਜਿਹੜਾ ਯਤੀਮ ਬਾਲਕ ਸੀ, ਜਿਹਦਾ ਬਾਪ ਵੀ ਸਿਰ 'ਤੇ ਨਹੀਂ ਹੈ ਅਤੇ ਵਿਚਾਰਾ ਮਸਾਂ ਦਿਹਾੜੀ ਮੁਸ਼ੱਕਤ ਕਰਕੇ ਪ੍ਰਸ਼ਾਦਾ ਛਕਦਾ ਹੈ, ਇੰਨੇ ਬਚਨ ਕਰਕੇ ਉਸ ਨੂੰ ਬਾਦਸ਼ਾਹ ਬਣਾ ਦਿੱਤਾ, ਰਾਜ ਭਾਗ ਦਾ ਮਾਲਕ ਬਣ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਤੇਰੇ ਮਨ ਵਿੱਚ ਭਰਮ ਸੀ ਵੀ ਗੁਰੂ ਨੂੰ ਪਾਰਸ ਭੇਟ ਕੀਤਾ, ਮੈਂ ਗੁਰੂ ਤੇ ਪਰਉਪਕਾਰ ਕੀਤਾ ਹੈ। ਗੁਰੂ ਦੇ ਘਰ ਦੇ ਵਿੱਚ ਪਦਾਰਥਾਂ ਦੀ ਕੋਈ ਕਮੀ ਨਹੀਂ ਹੈ, ਇਹ ਤੇ ਤੇਰੇ ਮਨ ਦਾ ਭਰਮ ਮਿਟਾਉਣ ਵਾਸਤੇ ਇਹ ਤੈਨੂੰ ਅਸੀਂ ਨਿੱਕਾ ਜਿਹਾ ਕੌਤਕ ਵਿਖਾਇਆ ਹੈ ਕਿ ਤੇਰੇ ਮਨ ਵਿੱਚ ਕੋਈ ਸ਼ੰਕਾ ਭਰਮ ਨਾ ਰਵੇ। ਐਸੇ ਬਚਨ ਮਹਾਰਾਜ ਕਰਦੇ ਹਨ। ਅੱਗੇ ਸਿੱਖਿਆ ਦ੍ਰਿੜ ਹਿੰਮ ਧਰੀਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੱਗੇ ਤੋਂ ਇਹ ਪੂਰੀ ਸਿੱਖਿਆ ਜਿਹੜੀ ਹੈ ਨਾ ਮਨ ਵਿੱਚ ਰੱਖ, ਜਿਹੜੀ ਸਿੱਖਿਆ ਮਹਾਰਾਜ ਨੇ ਦਿੱਤੀ ਹੈ। ਮਹਾਂਪੁਰਖ ਕੇ ਨਿਕਟ ਸਿਧਰੀਏ। ਕੀ ਸਿੱਖਿਆ ਹੈ? ਕੱਲੀ ਸਿੱਖ ਨੂੰ ਸਿੱਖਿਆ ਨਹੀਂ ਦਿੱਤੀ, ਆਪਾਂ ਨੂੰ ਵੀ ਮਹਾਰਾਜ ਸਿੱਖਿਆ ਦਿੰਦੇ। ਗੁਰਬਾਣੀ ਦਾ ਮਹਾਵਾਕ ਹੈ ਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਜਦੋਂ ਕੋਈ ਮਹਾਂਪੁਰਖ ਉਦਾਹਰਨ ਦਿੰਦਾ ਨਾ, ਦ੍ਰਿਸ਼ਟਾਂਤ ਦਿੰਦਾ ਸਮਝਾਉਣ ਵਾਸਤੇ, ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹਨੂੰ ਸਮਝਾਇਆ ਜਾ ਰਿਹਾ ਕੇਵਲ ਉਹਦੇ ਵਾਸਤੇ ਹੀ ਹੈ। ਜਿੰਨਿਆਂ ਦੇ ਕੰਨ ਵਿੱਚ ਉਹ ਬਚਨ ਪੈ ਜਾਵੇ ਉਹ ਸਾਰਿਆਂ ਦੇ ਭਲੇ ਵਾਸਤੇ ਹੈ। ਇਹ ਮਹਾਰਾਜ ਨੇ ਇਕੱਲਾ ਸਿੱਖ ਨੂੰ ਨਹੀਂ ਸਮਝਾਇਆ, ਸਾਨੂੰ ਵੀ ਪਾਤਸ਼ਾਹ ਸਮਝਾਉਂਦੇ ਪਏ। ਪਾਤਸ਼ਾਹ ਕਹਿਣ ਲੱਗੇ ਭਾਈ ਅੱਗੇ ਤੋਂ ਇਹ ਬਚਨ ਪੱਲੇ ਬੰਨ੍ਹ ਲਾ, ਜਦੋਂ ਵੀ ਕਿਸੇ ਮਹਾਂਪੁਰਖ ਦੇ ਕੋਲ ਜਾਣਾ ਹੈ, ਕਿਸੇ ਬੰਦਗੀ ਵਾਲੇ ਸੰਤ ਦੇ ਕੋਲ ਜਾਣਾ ਹੈ, ਜਦੋਂ ਵੀ ਅੱਗੇ ਤੋਂ ਕਦੇ ਇਸ ਤਰ੍ਹਾਂ ਦਰਸ਼ਨ ਕਰਨ ਨੂੰ ਜਾਣਾ ਹੈ, ਔਰ ਮੈਂ ਧਰਹੋ ਨਾ ਗਰਭ ਵੱਡਾਈ, ਤੇ ਉਸ ਵੇਲੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਧਾਰਨ ਕਰਨਾ ਹੈ। ਜਦੋਂ ਕਿਸੇ ਸੰਤ ਕੋਲ ਜਾਓ ਨਾ, ਸਾਧੂ ਕੋਲ ਜਾਓ, ਤੇ ਮਨ ਵਿੱਚ ਮਾਣ ਹੋਵੇ ਵੀ ਮੈਂ ਵੱਡਾ ਹਾਂ, ਮੇਰੇ ਕੋਲ ਬਹੁਤੀ ਧਨ ਵਿਭੂਤੀ ਹੈ, ਐਸਾ ਮਾਣ ਕਦੇ ਧਾਰਨ ਨਹੀਂ ਕਰਨਾ ਚਾਹੀਦਾ, ਸਗੋਂ ਮਾਣ ਛੱਡ ਕੇ ਨਿਮਰਤਾ ਦੇ ਸਹਿਤ ਜਾਣਾ ਚਾਹੀਦਾ ਹੈ। ਕਬੀਰ ਸਾਹਿਬ ਜੀਆਂ ਨੇ ਬਾਣੀ ਵਿੱਚ ਬਚਨ ਲਿਖਿਆ, ਕਹਿਣ ਲੱਗੇ ਭਾਈ ਬਚਨ ਇਹ ਹੈ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਐ, ਆਗੇ ਜੋ ਹੋਏ ਅੱਗੇ ਹੋਏ ਸੋ ਹੋਏ। ਕਹਿਣ ਲੱਗੇ ਬਚਨ ਇਹ ਹੈ ਭਾਈ ਜਦੋਂ ਸਾਧੂ ਸੰਤ ਦੀ ਸ਼ਰਨ ਵਿੱਚ ਜਾਣਾ, ਉਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਨ ਸਨਮਾਨ ਆਪਣੀ ਪ੍ਰਭਤਾ ਇਹ ਸਾਰੀਆਂ ਨੂੰ ਪਿੱਛੇ ਛੱਡ ਕੇ ਫਿਰ ਜਾ, ਇੱਕ ਨਿਮਰਤਾਵਾਨ ਬਣ ਕੇ ਜਾ, ਤਾਂ ਪ੍ਰਾਪਤੀ ਹੈ। ਉਸ ਵੇਲੇ ਮਨ ਵਿੱਚ ਕਿਸੇ ਤਰ੍ਹਾਂ ਦੀ ਵਡਿਆਈ ਹਉਮੈ ਹੰਕਾਰ ਲੈ ਕੇ ਗੁਰੂ ਕੋਲ ਜਾਂ ਸਾਧੂ ਕੋਲ ਨਹੀਂ ਜਾਣਾ ਚਾਹੀਦਾ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ 'ਤੇ ਬਿਰਾਜੇ ਤੇ ਸਤਿਗੁਰਾਂ ਦਾ ਵਿਚਾਰ ਬਣਿਆ ਵੀ ਚਲੋ ਆਪਣੇ ਨਗਰ ਵਿੱਚ ਚਰਨ ਪਾਈਏ। ਜਦੋਂ ਵਾਪਸ ਮੱਤੇ ਦੀ ਸਰਾਂ ਗਏ ਨਾ, ਮੁਕਤਸਰ ਦੇ ਨੇੜੇ ਮਹਾਰਾਜ ਦਾ ਨਗਰ ਹੈ, ਨਗਰ ਦਾ ਚੌਧਰੀ ਮਹਾਰਾਜ ਨੂੰ ਮਿਲਣ ਆਇਆ, ਪਰ ਮਨ ਵਿੱਚ ਹੰਕਾਰ ਹੈ ਕਿ ਮੈਂ ਚੌਧਰੀ ਹਾਂ, ਮੈਂ ਇੱਕ ਅਮੀਰ ਧਨਾੜ ਵਿਅਕਤੀ ਹਾਂ। ਇਹ ਸਾਡੇ ਹੀ ਪਿੰਡ ਦਾ ਇੱਕ ਲੜਕਾ ਹੈ ਜਿਹੜਾ ਪਹਿਲਾਂ ਸਾਡੇ ਕੋਲ ਰਹਿੰਦਾ ਰਿਹਾ, ਹੁਣ ਗੁਰੂ ਬਣ ਗਿਆ, ਤੇ ਤਾਂ ਕੀ ਹੋਇਆ? ਮਹਾਰਾਜ ਜੀਆਂ ਦੀ ਵਡਿਆਈ ਨਹੀਂ ਵਿਚਾਰੀ ਹੈ। ਸਿੱਖਾਂ ਨੇ ਬੈਠਣ ਵਾਸਤੇ ਇੱਕ ਮੂੜਾ ਰੱਖ ਦਿੱਤਾ ਵੀ ਮੂੜੇ 'ਤੇ ਚੌਧਰੀ ਬੈਠੇਗਾ, ਮਹਾਰਾਜ ਪਲੰਘ 'ਤੇ ਬੈਠੇ। ਚੌਧਰੀ ਨੇ ਸੋਚਿਆ ਜੇ ਮੈਂ ਮੂੜੇ 'ਤੇ ਬੈਠ ਗਿਆ ਤੇ ਮੇਰੀ ਵਡਿਆਈ ਘਟ ਜਾਣੀ ਹੈ। ਸਤਿਗੁਰਾਂ ਦੇ ਪਲੰਘੇ 'ਤੇ ਜਾ ਚੜ੍ਹ ਕੇ ਬੈਠ ਗਿਆ, ਬਿਨਾਂ ਪੁੱਛਣ ਤੋਂ ਬਿਨਾਂ ਆਗਿਆ ਲੈਣ ਤੋਂ ਪਲੰਘੇ 'ਤੇ ਬੈਠਾ ਸਰਾਣੇ ਵਾਲੇ ਪਾਸੇ ਹੋ ਗਿਆ ਕਿ ਮੈਂ ਉੱਚਾ ਹਾਂ, ਮੈਂ ਚੌਧਰੀ ਹਾਂ, ਮੈਂ ਧਨਾੜ ਹਾਂ, ਮੈਂ ਅਮੀਰ ਹਾਂ। ਸਿੱਖਾਂ ਨੇ ਮਨ ਵਿੱਚ ਗੁੱਸਾ ਕੀਤਾ, ਸਤਿਗੁਰਾਂ ਨੇ ਇਸ਼ਾਰੇ ਨਾਲ ਸਮਝਾਇਆ ਕੋਈ ਨਹੀਂ ਭਾਈ ਬੈਠਾ ਰਹਿਣ ਦਿਓ। ਜਦੋਂ ਚਲਾ ਗਿਆ ਤੇ ਸਿੱਖਾਂ ਨੇ ਆਖਿਆ ਮਹਾਰਾਜ ਸਾਨੂੰ ਬੜਾ ਗੁੱਸਾ ਆਇਆ ਇਹਦੀ ਇਹ ਕਿਰਿਆ ਵੇਖ ਕੇ ਵੀ ਇਹਨੇ ਤੁਹਾਡੀ ਵਡਿਆਈ ਵਿਚਾਰੀ ਨਹੀਂ ਹੈ, ਤੁਹਾਡੇ ਤੋਂ ਉੱਚੀ ਥਾਂ 'ਤੇ ਬੈਠਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਕੋਈ ਗੱਲ ਨਹੀਂ, ਇਹ ਉੱਚੀ ਥਾਂ 'ਤੇ ਬੈਠਾ, ਸਾਡਾ ਨਹੀਂ ਸਤਿਕਾਰ ਕਰਨਾ ਸੀ ਕੋਈ ਗੱਲ ਨਹੀਂ, ਪਰ ਜਿਸ ਗੁਰਤਾ ਗੱਦੀ 'ਤੇ ਅਸੀਂ ਬੈਠੇ ਹਾਂ ਉਹ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਦੀ ਹੈ।
ਇਹਨੂੰ ਉਹਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਸੀ। ਜਿਸ ਵੱਡੇ ਪੁਣੇ ਦੇ ਮਾਣ ਦੇ ਨਾਲ ਉੱਚਾ ਹੋ ਕੇ ਬੈਠਾ ਹੈ, ਉਹ ਵੱਡੇ ਪੁਣੇ ਦਾ ਕੋਈ ਵੀ ਪਦਾਰਥ ਹੁਣ ਇਹਦੇ ਕੋਲ ਰਹੇਗਾ ਨਹੀਂ। ਇਹਨੇ ਸਾਰੇ ਆਪਣੇ ਪੁੰਨ ਨਸ਼ਟ ਕਰ ਲੈਣ ਤੇ ਇਹਦੇ ਕੋਲ ਹੁਣ ਉਹ ਪ੍ਰਭਤਾ ਨਹੀਂ ਰਵੇਗੀ, ਉਹ ਮਾਣ ਰਵੇਗਾ ਨਹੀਂ। ਸੋ ਇਹ ਸਾਖੀ ਮਹਾਰਾਜ ਦੇ ਜੀਵਨ ਕਾਲ ਵਿੱਚ ਵਰਤੀ ਹੈ। ਮਹਾਰਾਜ ਇੱਥੇ ਬਚਨ ਕਰਦੇ ਕਹਿਣ ਲੱਗੇ, ਭਾਈ ਜਦੋਂ ਕਿਸੇ ਸਾਧੂ ਕੋਲ, ਗੁਰਮੁਖ ਦੇ ਕੋਲ ਜਾਈਏ ਨਾ, ਨਾਮ ਜਪਣ ਵਾਲੇ ਦੇ ਕੋਲ, ਉਦੋਂ ਕਦੇ ਵੀ ਆਪਣੇ ਮਨ ਦੇ ਵਿੱਚ ਹੰਕਾਰ, ਵਡਿਆਈ, ਮਾਨ, ਪ੍ਰਭਤਾ ਇਹ ਨਹੀਂ ਮਨ ਵਿੱਚ ਰੱਖਣਾ ਚਾਹੀਦਾ, ਸਗੋਂ ਨਿਮਰਤਾ ਦੇ ਨਾਲ ਜਾਣਾ ਚਾਹੀਦਾ ਹੈ। ਸਭ ਵਿਦ ਨਿਜ ਮੈਂ ਲੱਖ ਲਗੁਤਾਈ, ਅਤੇ ਸਾਰਿਆਂ ਵਿਧੀਆਂ ਦੇ ਨਾਲ ਆਪਣੇ ਆਪ ਨੂੰ ਛੋਟਾ ਜਾਣਨਾ ਕਿ ਮੈਂ ਛੋਟਾ ਹਾਂ, ਮੈਂ ਮਾੜਾ ਹਾਂ, ਮੈਂ ਨੀਵਾਂ ਹਾਂ। ਸੋ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਐਸੀ ਸਮਰੱਥਾ ਬਣਾ ਕੇ ਜਾਵੇ ਆਪਣੇ ਆਪ ਨੂੰ ਨੀਵਾਂ ਜਾਣ ਕੇ, ਤੇ ਫਿਰ ਸਾਧੂ ਦੇ ਦਰਸ਼ਨ ਕਰਨਾ ਕਰੇ। ਆਦ ਤੁਰਕਪਤ ਅਪਰ ਨਰੇਸ਼ਾ, ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਭਾਵੇਂ ਇਹ ਮੁਗਲਾਂ ਦਾ ਜਿਹੜਾ ਰਾਜਾ ਹੈ ਔਰੰਗਜ਼ੇਬ, ਤੇ ਜਾਂ ਹੋਰ ਜਿੰਨੇ ਵੀ ਰਾਜੇ ਹਿੰਦੁਸਤਾਨ ਦੇ ਵਿੱਚ ਹਨ, ਲੱਖੋਂ ਹੋ ਲੱਖਾਂ ਹੈ ਜੇ ਸ਼ਤਰ ਅਸ਼ੇਸ਼ਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਿੱਖਾ ਕਿ ਤੇਰੇ ਮਨ ਵਿੱਚ ਇਹ ਗੱਲ ਹੈ ਵੀ ਸਾਨੂੰ ਔਰੰਗਜ਼ੇਬ ਦੀ ਫੌਜ ਘੇਰ ਕੇ ਬੈਠੀ ਹੈ, ਜਾਂ ਜਿਹੜੇ ਸੂਬੇਦਾਰ ਕੋਈ ਲਾਹੌਰ ਤੋਂ ਆਇਆ, ਕੋਈ ਸਰਹੰਦ ਤੋਂ ਆਇਆ, ਕੋਈ ਇਸੇ ਤਰ੍ਹਾਂ ਦਿੱਲੀ ਤੋਂ ਆਇਆ, ਕਿ ਇਹ ਸੂਬੇਦਾਰ ਸਾਨੂੰ ਘੇਰ ਕੇ ਬੈਠੇ, ਜਾਂ ਜਿੰਨੇ ਵੀ ਇਸ ਧਰਤੀ ਦੇ ਰਾਜੇ ਨੇ ਵੀ ਉਹ ਸਾਨੂੰ ਘੇਰਾ ਪਾ ਸਕਦੇ ਨੇ। ਜੇ ਤੇਰੇ ਮਨ ਵਿੱਚ ਇਹ ਗੱਲ ਆਉਂਦੀ ਹੈ, ਏਕ ਬਾਨ ਕੀ ਮਾਰਨਾ ਸੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੇ ਚਾਹੀਏ ਨਾ ਤੇ ਸਾਡੀ ਕਮਾਨ ਵਿੱਚੋਂ ਇੱਕੋ ਹੀ ਤੀਰ ਚੱਲਣਾ ਹੈ, ਇੱਕ ਤੀਰ ਚਲਾਵਾਂਗੇ। ਇਹ ਜਿਹੜੇ ਘੇਰਾ ਪਾ ਕੇ ਬੈਠੇ, ਇਹਨਾਂ ਦੀ ਗੱਲ ਤੇ ਕੋਈ ਮਾਮੂਲੀ ਹੈ। ਜਿੰਨੇ ਦੁਨੀਆ ਦੇ ਬਾਦਸ਼ਾਹ ਨੇ, ਸਾਰੇ ਦੇ ਸਾਰੇ ਇੱਕ ਤੀਰ ਦੀ ਮਾਰ ਦੇ ਨਾਲ ਹੀ ਨਸ਼ਟ ਕਰ ਦੇਵਾਂਗੇ। ਸਾਡੇ ਵਿੱਚ ਇੰਨੀ ਸਮਰੱਥਾ ਹੈ ਵੀ ਜੇ ਅਸੀਂ ਇਹਨਾਂ ਨੂੰ ਮਾਰਨਾ ਹੀ ਚਾਹੀਏ ਨਾ, ਮਕਾਉਣਾ ਚਾਹੀਏ, ਤੇ ਇੱਕ ਤੀਰ ਦੀ ਮਾਰ ਨੇ। ਪਰ ਇਹ ਸਾਡੇ ਇੱਕ ਚੋਜ ਨੇ, ਇੱਕ ਕੌਤਕ ਨੇ ਵੀ ਅਸੀਂ ਕਰਦੇ ਪਏ। ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਹਿੰਦੇ ਸਨ, ਪਾਤਸ਼ਾਹ ਤੁਸੀਂ ਲੋਹੇ ਦੇ ਪਿੰਜਰੇ ਵਿੱਚ ਕਿਉਂ ਕੈਦ ਹੋ ਗਏ? ਮਹਾਰਾਜ ਤੁਸੀਂ ਆਗਿਆ ਦਿਓ, ਮੈਂ ਇਸ ਧਰਤੀ ਤੋਂ ਮੁਗਲਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ। ਉਹ ਭਾਈ ਮਤੀ ਦਾਸ ਨੇ ਬਚਨ ਐਵੇਂ ਨਹੀਂ ਕਿਹਾ, ਸਮਰੱਥਾ ਹੈ, ਕਮਾਈ ਇੰਨੀ ਹੈ ਵੀ ਇੱਕ ਬਚਨ ਕਰਨ ਦੀ ਢੇਰ ਹੈ, ਪੂਰੀ ਦੀ ਪੂਰੀ ਕੌਮ ਮੇਟਣ ਦੀ ਸਮਰੱਥਾ ਰੱਖਦਾ। ਮਹਾਰਾਜ ਨੇ ਆਖਿਆ, ਨਹੀਂ ਮਤੀ ਦਾਸ, ਇਹ ਕੰਮ ਨਹੀਂ ਕਰਨਾ ਹੈ। ਰਜਾ ਵਿੱਚ ਰਹਿਣਾ, ਜੋ ਕਰਦਾ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਉਹ ਕਰਦਾ ਉਹਦਾ ਕੰਮ ਚੰਗਾ, ਉਹਦੀ ਰਜਾ ਵਿੱਚ ਖੁਸ਼ ਰਹਿਣਾ ਚਾਹੀਦਾ। ਆਪਾਂ ਨਾ ਕੌਮ ਖਤਮ ਕਰਨੀ ਹੈ, ਨਾ ਆਪਾਂ ਇਹ ਰਾਜੇ ਨੂੰ ਆਪ ਨਹੀਂ ਮਾਰਨਾ, ਇਹਨੇ ਆਪਣੇ ਕਰਮਾਂ ਕਰਕੇ, ਕਰਤੂਤਾਂ ਕਰਕੇ ਆਪੇ ਮਰ ਜਾਣਾ ਹੈ। ਜੇ ਭਾਈ ਮਤੀ ਦਾਸ ਇਹ ਬਚਨ ਕਰ ਸਕਦੇ ਵੀ ਮਹਾਰਾਜ ਆਗਿਆ ਦਿਓ ਮੈਂ ਪੂਰਾ ਤੁਰਕਾਨਾ ਖਤਮ ਕਰਾਂ, ਤੇ ਗੁਰੂ ਪਾਤਸ਼ਾਹ ਤੇ ਹੈ ਹੀ ਸਮਰੱਥ। ਆਪ ਮਾਲਕ ਨੇ ਜੋ ਚਾਹਣ ਹਰਨ ਭਰਨ ਜਾਕਾ ਨੇਤਰ ਫੋਰ। ਇੰਨੇ ਸਮੇਂ ਵਿੱਚ ਦੁਨੀਆ ਨੂੰ ਲੈ ਕਰ ਦੇਣਾ, ਸਥਾਪਿਤ ਕਰ ਦੇਣਾ ਉਹਨਾਂ ਦੀ ਹੁਕਮ ਦੇ ਵਿੱਚ, ਪਾਵਰ ਦੇ ਵਿੱਚ ਹੈ। ਮਹਾਰਾਜ ਕਹਿਣ ਲੱਗੇ ਕਿ ਸਿੱਖਾ ਤੇਰੇ ਮਨ ਵਿੱਚ ਇਹ ਗੱਲ ਆ ਗਈ ਆ ਵੀ ਔਰੰਗਜ਼ੇਬ ਨੇ ਸਾਨੂੰ ਘੇਰਾ ਪਾ ਲਿਆ, ਜਾਂ ਤੇਰੇ ਮਨ ਵਿੱਚ ਇਹ ਗੱਲ ਹੈ ਵੀ ਜਿੰਨੇ ਵੀ ਇਸ ਵੇਲੇ ਧਰਤੀ ਦੇ ਰਾਜੇ ਨੇ ਉਹ ਸਾਨੂੰ ਘੇਰਾ ਪਾ ਸਕਦੇ? ਨਹੀਂ, ਇਹ ਮਨ ਦੇ ਵਿੱਚੋਂ ਭਰਮ ਕੱਢ ਦੇ। ਅਸੀਂ ਤੇ ਉਸ ਕੁਦਰਤ ਦੇ ਭਾਣੇ ਵਿੱਚ ਆ, ਕਾਲ ਪੁਰਖ ਦੇ ਵਿੱਚ। ਜੇ ਚਾਹੀਏ ਤੇ ਇੱਕ ਤੀਰ ਹੀ ਅਸੀਂ ਚਲਾਉਣਾ ਆਪਣੇ ਪੱਥੇ ਦੇ ਵਿੱਚੋਂ ਕੱਢ ਕੇ, ਤੇ ਸਾਡਾ ਇੱਕ ਜਦੋਂ ਤੀਰ ਚੱਲਣਾ ਹੈ, ਕਰੋ ਭਸਮ ਸਗਰੋ ਜਗ ਜੋਈ। ਤੇ ਜਿੰਨੇ ਵੀ ਦੁਨੀਆ ਤੇ ਐਸੇ ਬਾਦਸ਼ਾਹ ਨੇ ਨਾ, ਸਾਰੇ ਦੇ ਸਾਰੇ ਇੱਕ ਤੀਰ ਦੇ ਨਾਲ ਅਸੀਂ ਭਸਮ ਕਰ ਦਿਆਂਗੇ, ਸਵਾਹ ਕਰ ਦਿਆਂਗੇ, ਜੇ ਅਸੀਂ ਆਪਣੀ ਆਈ ਤੇ ਆ ਜਾਈਏ। ਸਾਡੇ ਵਿੱਚ ਇੰਨੀ ਸਮਰੱਥਾ ਹੈ, ਜੇ ਚਾਹੀਏ ਤੇ ਇੱਕ ਤੀਰ ਦੇ ਨਾਲ ਇਹ ਵੱਡੇ ਵੱਡੇ ਸਮਰਾਟ ਜਿਹੜੇ ਨੇ ਬਾਦਸ਼ਾਹ, ਇਹਨਾਂ ਨੂੰ ਇੱਕ ਤੀਰ ਦੀ ਮਾਰ ਦੇ ਨਾਲ ਅਸੀਂ ਭਸਮ ਕਰ ਸਕਦੇ ਹਾਂ। ਮਾਨਕ ਬਪਰੇ ਕਹਾਂ ਅਗਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਚਨ ਇਹ ਹੈ ਗੁਰੂ ਕਿਆ ਸਿੱਖਾ, ਇਹ ਵਿਚਾਰੇ ਮਨੁੱਖ ਕੀ ਨੇ ਸਾਡੇ ਅੱਗੇ? ਇਹ ਜਿਹੜੇ ਦੁਨੀਆ ਦੇ ਬੰਦੇ ਨੇ, ਬੜੇ ਵੱਡੇ ਆਪਣੇ ਆਪ ਨੂੰ ਤਾਕਤਵਰ ਸਮਝਦੇ, ਬਲ ਵਾਲਾ ਸਮਝਦੇ, ਇਹ ਵਿਚਾਰੇ ਦੁਨੀਆ ਦੇ ਲੋਕ ਗੁਰੂ ਦੇ ਅੱਗੇ, ਪਰਮੇਸ਼ਰ ਦੇ ਅੱਗੇ ਕੀ ਹਨ? ਕੁਝ ਵੀ ਨਹੀਂ ਹਨ। ਕਰੋ ਸੁਰਾ ਸੁਰ ਤਰਾਸਤ ਭਾਰੀ। ਜੇ ਅਸੀਂ ਚਾਹੀਏ ਨਾ, ਇੱਕ ਤੀਰ ਚਲਾਉਣ ਦੇ ਨਾਲ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਦੇਵਤੇ ਕਹਿੰਦੇ ਨੇ ਵੀ ਫਲਾਣੇ ਦੇਵਤੇ ਵਿੱਚ ਬੜੀ ਤਾਕਤ ਹੈ, ਕੋਈ ਇਸੇ ਤਰ੍ਹਾਂ ਸੁਮੇਰ ਪਰਬਤ 'ਤੇ ਚੜ੍ਹ ਕੇ ਬੈਠਾ ਹੈ, ਕੋਈ ਸਵਰਗਾਂ ਦਾ ਰਾਜਾ ਬਣ ਕੇ ਬੈਠਾ ਹੈ, ਕਿਸੇ ਕੋਲ ਕੋਈ ਤਾਕਤ ਹੈ। ਕਹਿਣ ਲੱਗੇ ਇੱਕ ਤੀਰ ਦੀ ਮਾਰ ਹੈ,
ਜੇ ਇੱਕ ਤੀਰ ਚਲਾ ਦਈਏ ਵੱਡੇ ਵੱਡੇ ਦੇਵਤੇ ਵੀ ਕੰਬਣ ਲੱਗ ਪੈਣਗੇ। ਮਨੁੱਖ ਵਿਚਾਰੇ ਕੀ ਚੀਜ਼ ਨੇ, ਐਸੀ ਸਮਰੱਥਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਹੈ। ਕਲੀ ਕਾਲ ਨਰ ਲੀਲਾ ਜੈਸੇ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਪਾਤਸ਼ਾਹ ਫਿਰ ਇਹ ਆਪ ਕਰਦੇ ਕਿਉਂ ਨਹੀਂ ਪਏ, ਕਰੋ ਫਿਰ ਕਿਰਪਾ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਇਹ ਕਲਯੁਗ ਦੇ ਵਿੱਚ ਅਸੀਂ ਆਮ ਮਨੁੱਖਾਂ ਵਾਲੀ ਲੀਲਾ ਕਰਦੇ ਪਏ ਹਾਂ, ਵੀ ਇੱਕ ਆਮ ਮਨੁੱਖ ਜਿਵੇਂ ਕੋਈ ਕਰ ਸਕਦਾ ਹੈ ਨਾ, ਉਸ ਦੇ ਵਾਂਗ ਅਸੀਂ ਵਿਚਰਦੇ ਪਏ ਹਾਂ। ਵਰਤੈ ਤਿਸ ਅਨੁਸਾਰੀ ਤੈਸੇ। ਤੇ ਉਸੇ ਤਰ੍ਹਾਂ ਅਸੀਂ ਵਰਤਦੇ ਪਏ ਹਾਂ ਜਿਵੇਂ ਕੋਈ ਆਮ ਇੱਕ ਮਨੁੱਖ ਵਰਤਦਾ ਹੈ। ਚਾਹੀਏ ਤੇ ਕੀ ਨਹੀਂ ਹੋ ਸਕਦਾ। ਬਾਬਾ ਰਾਮ ਰਾਏ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗਿਆਂ ਗੁਰੂ ਹਰਿਰਾਏ ਪਾਤਸ਼ਾਹ ਨੂੰ ਆਖਿਆ ਮਹਾਰਾਜ ਮੈਨੂੰ ਇੰਨਾ ਸਮਰੱਥ ਕਰੋ ਔਰੰਗਜ਼ੇਬ ਦੇ ਸਾਰੇ ਸਵਾਲਾਂ ਦਾ ਜਵਾਬ ਦੇਵਾਂ। ਤੇ ਗੁਰੂ ਹਰਿਰਾਏ ਪਾਤਸ਼ਾਹ ਨੇ ਆਖਿਆ ਸੀ ਰਾਮ ਰਾਏ ਜਿੰਨੀਆਂ ਵੀ ਇਸ ਕਾਇਨਾਤ ਵਿੱਚ ਸ਼ਕਤੀਆਂ ਨੇ, ਜੋ ਵੀ ਬ੍ਰਹਿਮੰਡ ਦੇ ਵਿੱਚ ਹੋ ਰਿਹਾ ਹੈ, ਤੁਹਾਡੇ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੋਵੇਗਾ। ਜੋ ਤੁਸੀਂ ਕਹੋਗੇ ਉਹੀ ਹੋਵੇਗਾ, ਭਾਵੇਂ ਉਹ ਕਦੇ ਹੋਇਆ ਹੋਵੇ ਤੇ ਭਾਵੇਂ ਕਦੇ ਨਾ ਹੋਇਆ ਹੋਵੇ। ਤੁਹਾਡੇ ਬਚਨਾਂ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲੇਗਾ। ਬਚਨ ਗੁਰੂ ਹਰਿਰਾਏ ਪਾਤਸ਼ਾਹ ਦੇ ਨਾਲ ਸੋ ਉਸ ਵੇਲੇ ਕਹਿਣ ਲੱਗੇ ਵੀ ਇਹ ਰਾਮ ਰਾਏ ਦੇ ਕੋਲ ਇੰਨੀ ਸਮਰੱਥਾ ਆ ਗਈ ਗੁਰੂ ਪਾਤਸ਼ਾਹ ਦੇ ਬਚਨ ਹੋਣ ਦੇ ਨਾਲ। ਔਰ ਜੇ ਗੁਰੂ ਪਾਤਸ਼ਾਹ ਬਚਨ ਕਰਕੇ ਰਾਮ ਰਾਏ ਨੂੰ ਇੰਨਾ ਸਮਰੱਥ ਬਣਾ ਸਕਦੇ ਤੇ ਆਪ ਨਹੀਂ ਸਮਰੱਥ, ਆਪ ਵੀ ਸਮਰੱਥ ਨੇ। ਆਪ ਤੇ ਉਹ ਜੋ ਚਾਹਣ ਉਹ ਕਰ ਸਕਦੇ ਹਨ। ਬਾਜੀ ਬਾਰਨ ਬੀਰਜ ਭੁੱਖੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਘੋੜੇ ਹਾਥੀ ਜਾਂ ਜਿੰਨੇ ਵੀ ਸੂਰਮੇ ਭੁੱਖੇ ਹਨ, ਜਿਨ੍ਹਾਂ ਨੂੰ ਭੁੱਖ ਲੱਗੀ ਹੋਈ ਹੈ, ਸਹਿਓ ਅਨੇਕ ਰੀਤ ਇਨ ਦੁਖੇ। ਗੁਰਮੁਖਾ ਇਹਨਾਂ ਨੇ ਬੜਾ ਦੁੱਖ ਸਹਿਆ ਹੈ। ਮਹਾਰਾਜ ਕਹਿੰਦੇ ਸਾਨੂੰ ਪਤਾ ਹੈ ਵੀ ਸਾਡੇ ਸੂਰਮੇ ਵੀ ਭੁੱਖੇ ਨੇ, ਸਾਡੇ ਘੋੜੇ ਵੀ ਭੁੱਖੇ ਨੇ, ਹਾਥੀ ਵੀ ਭੁੱਖੇ ਨੇ। ਇਹਨਾਂ ਨੇ ਬੜਾ ਭਾਰੀ ਭੁੱਖ ਦਾ ਦੁੱਖ ਸਹਿਣਾ ਕੀਤਾ ਹੈ। ਸ਼ੁੱਧ ਆਤਮੇ ਹੋਏ ਹੋਏ ਮਰੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਇਹਨਾਂ ਦੀ ਆਤਮਾ ਸ਼ੁੱਧ ਕਰਦੇ ਪਏ ਹਾਂ ਕਿ ਜੰਗ ਵਿੱਚ ਲੜ ਕੇ ਸ਼ਹੀਦ ਤੇ ਹੋਣਾ ਹੀ ਹੈ, ਪਰ ਇਹਨਾਂ ਦੀ ਆਤਮਾ ਨੂੰ ਮੈਲ ਨਾ ਲੱਗੇ ਕਿਸੇ ਤਰ੍ਹਾਂ ਦੀ। ਨਿਰਮਲ ਆਤਮਾ ਦੇ ਨਾਲ ਇਸ ਸੰਸਾਰ ਤੋਂ ਜਾ ਕੇ ਮੁਕਤੀ ਪ੍ਰਾਪਤ ਕਰਨ। ਅਸੀਂ ਇਹਨਾਂ ਦੀ ਆਤਮਾ ਸ਼ੁੱਧ ਕਰਨ ਵਾਸਤੇ ਪਾਤਸ਼ਾਹ ਕਹਿਣ ਲੱਗੇ ਐਸਾ ਇੱਕ ਖੇਲ ਰਚਿਆ, ਕੌਤਕ ਬਣਾਇਆ ਹੈ। ਸੰਚਤ ਕਰਮ ਸਕਲ ਹੀ ਜਰੈ। ਜਿੰਨੇ ਇਹਨਾਂ ਨੇ ਸੰਚਿਤ ਕਰਮ ਇਕੱਠੇ ਕੀਤੇ ਨੇ। ਸੰਚਿਤ ਗੁਰਮੁਖੋ ਉਹ ਹੁੰਦਾ ਹੈ ਕਰਮ ਜਿਹਦਾ ਅਜੇ ਫਲ ਮਿਲਣਾ ਬਾਕੀ ਹੈ। ਅਸੀਂ ਜਦੋਂ ਕਰਮ ਕਰਦੇ ਹਾਂ ਉਦੋਂ ਤੇ ਆਪਾਂ ਸੋਚਦੇ ਨਹੀਂ ਵੀ ਇਹਦਾ ਫਲ ਕੀ ਮਿਲਣਾ ਹੈ, ਪਰ ਉਹ ਕਰਮ ਸਾਡੇ ਖਾਤੇ ਦੇ ਵਿੱਚ ਇਕੱਠਾ ਹੁੰਦਾ ਜਾਂਦਾ ਹੈ। ਇੱਕ ਦਿਨ ਸਮਾਂ ਆਵੇਗਾ ਜਦੋਂ ਸਾਡਾ ਕਰਮ ਸਾਨੂੰ ਫਲ ਦੇਵੇਗਾ। ਹੋ ਸਕਦਾ 1 ਸਾਲ ਬਾਅਦ ਫਲ ਦੇਵੇ, ਹੋ ਸਕਦਾ 10 ਸਾਲਾਂ ਬਾਅਦ ਫਲ ਦੇਵੇ, ਇਹ ਵੀ ਹੋ ਸਕਦਾ ਹੈ ਕਿ 10 ਜਨਮਾਂ ਬਾਅਦ ਫਲ ਮਿਲੇ, ਕੋਈ ਪਤਾ ਨਹੀਂ। ਕੀਤੇ ਕਰਮ ਦਾ ਫਲ ਮਿਲਣਾ ਕਦੋਂ ਜਾ ਕੇ ਹੈ। ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛਿਆ ਸੀ ਨਾ ਰਾਜਨ ਨੇ, ਧ੍ਰਿਤਰਾਸ਼ਟਰ ਨੇ, ਵੀ ਮੈਂ ਅੰਨਾ ਕਿਉਂ ਹਾਂ? ਕਹਿੰਦੇ 100 ਜਨਮ ਤੋਂ ਪਿੱਛੇ ਚੱਲ, ਤੂੰ ਪਾਪ ਕੀਤਾ ਉਹਦਾ ਫਲ ਮਿਲਿਆ। ਇਹ ਸਾਖੀ ਇਹ ਗੱਲ ਦੱਸਦੀ ਹੈ ਸਾਨੂੰ ਕਿ ਕੀਤੇ ਹੋਏ ਕਰਮ ਦਾ ਫਲ ਮਿਲਦਾ ਜ਼ਰੂਰ ਹੈ। ਉਹ 10 ਸਾਲ ਬਾਅਦ ਵੀ ਮਿਲ ਸਕਦਾ ਹੈ, 10 ਜਨਮਾਂ ਬਾਅਦ ਵੀ ਮਿਲ ਸਕਦਾ ਹੈ। ਉਸ ਨੂੰ ਕਿਹਾ ਜਾਂਦਾ ਸੰਚਿਤ ਕਰਮ। ਅਸੀਂ ਕਰਮ ਕਰ ਲਿਆ, ਉਹ ਬਿਲਕੁਲ ਕਰਮ ਸਾਡੇ ਕਰਮਾਂ ਦੇ ਵਿੱਚ ਫਿੱਟ ਹੋ ਗਿਆ, ਆ ਕੇ ਸਾਡੇ ਖਾਤੇ ਵਿੱਚ ਪੈ ਚੁੱਕਿਆ ਹੈ। ਹੁਣ ਖਾਤੇ ਵਿੱਚੋਂ ਨਿਕਲਣਾ ਕਦੋਂ ਹੈ ਇਹ ਸਾਨੂੰ ਨਹੀਂ ਪਤਾ ਹੈ, ਕਿਹੜੇ ਜਨਮ ਵਿੱਚ ਜਾ ਕੇ ਨਿਕਲੇ, ਸਾਨੂੰ ਕਿਹੋ ਜਿਹਾ ਫਲ ਮਿਲੇ। ਤਾਂ ਮਹਾਰਾਜ ਨੇ ਆਖਿਆ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ। ਇਸ ਤਰ੍ਹਾਂ ਦਾ ਕੰਮ ਬਿਲਕੁਲ ਨਾ ਕਰੀ ਕਿ ਤੇਰੇ ਕੋਲੋਂ ਪਾਪ ਕਰਮ ਇਹੋ ਜਿਹਾ ਹੋ ਜਾਵੇ ਤੈਨੂੰ ਬਾਅਦ ਵਿੱਚ ਪਛਤਾਉਣਾ ਪਵੇ। ਤੇ ਫਿਰ ਪਛਤਾਇਆ ਕੁਝ ਨਹੀਂ ਹੋਣਾ, ਫਿਰ ਉਸ ਕਰਮ ਦਾ ਫਲ ਮਿਲੇਗਾ ਜ਼ਰੂਰ, ਭੋਗਣਾ ਪਵੇਗਾ ਦੁੱਖ ਰੂਪ ਦੇ ਵਿੱਚ। ਉਹ ਦੁੱਖ ਤੇਰੇ ਤੇ ਵੀ ਆ ਸਕਦਾ ਹੈ, ਪਰਿਵਾਰ ਤੇ ਵੀ ਆ ਸਕਦਾ ਹੈ। ਰੋ ਵਿਚਾਰ। ਮਹਾਰਾਜ ਕਹਿਣ ਲੱਗੇ ਸਾਡੇ ਸਿੱਖਾਂ ਨੇ ਕੀਤੇ ਨੇ ਸੰਚਿਤ ਕਰਮ, ਕੁਝ ਪਿੱਛੇ ਪਾਪ ਹੋ ਗਿਆ, ਕੁਝ ਪੁੰਨ ਹੋ ਗਏ, ਉਹ ਇਹਨਾਂ ਦੇ ਖਾਤੇ ਵਿੱਚ ਇਕੱਠੇ ਹੋ ਗਏ ਨੇ, ਤੇ ਉਹਨਾਂ ਕਰਮਾਂ ਦੇ ਮੁਤਾਬਕ ਇਹਨਾਂ ਨੂੰ ਅੱਗੇ ਜਨਮ ਵੀ ਮਿਲਣਾ ਹੈ, ਦੁੱਖ ਵੀ ਮਿਲਣਾ ਹੈ। ਪਰ ਮਹਾਰਾਜ ਕਹਿਣ ਲੱਗੇ ਜਿਹੜਾ ਇਹ ਕਸ਼ਟ ਸਹਿੰਦੇ ਪਏ ਨਾ, ਸਾਡੇ ਕੋਲ ਰਹਿ ਕੇ ਭੁੱਖ ਦਾ ਕਸ਼ਟ, ਦੁੱਖ ਦਾ ਕਸ਼ਟ ਸਹਿੰਦੇ ਪਏ, ਇਹਨਾਂ ਦੇ ਉਸ ਇਕੱਠੇ ਕੀਤੇ ਹੋਏ ਪਾਪ ਨਸ਼ਟ ਹੋ ਰਹੇ ਨੇ, ਸੜਦੇ ਜਾ ਰਹੇ ਨੇ। ਉਹ ਸੰਚਿਤ ਕਰਮ ਜਿਹੜੇ ਇਕੱਠੇ ਕਰ ਲਏ ਇਹਨਾਂ ਨੇ, ਉਹ ਇੱਥੇ ਭੁੱਖੇ ਰਹਿ ਕੇ ਗੁਰੂ ਦੇ ਦਰ 'ਤੇ ਸੇਵਾ ਕਰ ਕਰਕੇ ਇਹਨਾਂ ਦੇ ਉਹ ਕਰਮ ਨਾਸ਼ ਹੋ ਗਏ। ਹੁਣ ਉਹ ਕਰਮ ਇਹਨਾਂ ਨੂੰ ਫਲ ਨਹੀਂ ਦੇਣਗੇ। ਆਮ ਲੋਕਾਂ ਨੂੰ ਉਹਦਾ ਫਲ ਮਿਲੇਗਾ, ਕਦੋਂ ਮਿਲੇ ਕੋਈ ਪਤਾ ਨਹੀਂ, ਪਰ ਮੇਰੇ ਸਿੱਖ ਨੂੰ ਫਲ ਨਹੀਂ ਮਿਲੇਗਾ। ਇਹਨਾਂ ਨੇ ਉਹ ਸੰਚਿਤ ਕਰਮ ਨਾਸ਼ ਕਰ ਲਏ ਨੇ।
ਇਸ ਕਰਕੇ ਅੱਗੇ ਇਹਨਾਂ ਨੂੰ ਮੁਕਤੀ ਪ੍ਰਾਪਤ ਹੋਣੀ ਹੈ। ਮੁਕਤ ਸਮੀਪ ਲਹਿ ਪੁਨ ਸਾਰੇ। ਅਸੀਂ ਇਹਨਾਂ ਨੂੰ ਸਮੀਪ ਮੁਕਤੀ ਬਖਸ਼ਿਸ਼ ਕਰਾਂਗੇ। 4 ਤਰ੍ਹਾਂ ਦੀਆਂ ਮੁਕਤੀਆਂ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੀਆਂ। ਉਹਨਾਂ 4 ਵਿੱਚੋਂ ਇੱਕ ਸਮੀਪ ਮੁਕਤੀ ਹੈ। ਸਮੀਪ ਤੋਂ ਭਾਵ ਹੈ ਕੋਲ, ਨੇੜੇ, ਕਿ ਜਿਹਦੀ ਪੂਜਾ ਕੀਤੀ ਹੈ, ਜਿਹਦਾ ਨਾਮ ਜਪਿਆ, ਉਹਦੇ ਕੋਲ ਰਹਿਣ ਦਾ ਸਮਾਂ ਮਿਲਣਾ। ਜਿਵੇਂ ਮੰਤਰੀ ਦਾ ਬੰਦਾ ਮੰਤਰੀ ਦੇ ਨਾਲ ਹੀ ਹਰ ਰਹਿੰਦਾ ਉਹਨੂੰ, ਤਾਂ ਮੰਤਰੀ ਵਰਗੀ ਉਹਦੀ ਪਾਵਰ ਹੋ ਜਾਂਦੀ ਹੈ। ਪਰ ਇਹ ਤੇ ਦੁਨਿਆਵੀ ਗੱਲਾਂ ਨੇ। ਮੰਤਰੀ ਦਾ ਕੀ ਪਤਾ ਉਹ ਕਿੰਨਾ ਚਿਰ ਆਪਣੀ ਪਦਵੀ ਤੇ ਰਵੇ, ਤੇ ਉਹਦੇ ਨਾਲ ਰਹਿਣ ਵਾਲਾ ਉਹਦਾ ਵਜ਼ੀਰ ਜਿਹੜਾ ਉਹ ਕਿੰਨਾ ਚਿਰ ਨਾਲ ਰਵੇ। ਇਹ ਤੇ ਦੁਨਿਆਵੀ ਉਦਾਹਰਣ ਹੈ। ਪਰ ਉਦਾਹਰਣ ਇਸੇ ਤਰ੍ਹਾਂ ਦੀ ਹੈ ਵੀ ਜੇ ਗੁਰੂ ਦਾ ਨਾਮ ਜਪ ਕੇ ਗੁਰੂ ਦੀ ਜਿਹੜਾ ਸੇਵਾ ਕਰੇਗਾ, ਉਹ ਗੁਰੂ ਦੇ ਦੇਸ਼ ਦੇ ਵਿੱਚ ਗੁਰੂ ਦੇ ਕੋਲ ਹੀ ਰਹੇਗਾ। ਸਤਿਗੁਰੂ ਉਸ ਨੂੰ ਛੱਡਣਗੇ ਨਹੀਂ, ਆਪਣੇ ਨਾਲ ਹੀ ਰੱਖਦੇ। ਐਸੀ ਮਹਾਰਾਜ ਕਿਰਪਾ ਕਰ ਦਿੰਦੇ। ਸੋ ਬਚਨ ਆ ਗਿਆ ਇੱਥੇ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਆਪਣੇ ਸਿੱਖ ਨੂੰ ਸਮੀਪ ਮੁਕਤੀ ਬਖਸ਼ਿਸ਼ ਕਰਾਂਗੇ। ਜਿੱਥੇ ਅਸੀਂ ਰਵਾਂਗੇ ਨਾ ਸੱਚਖੰਡ ਘਰ ਦੇ ਅੰਦਰ, ਉੱਥੇ ਇਹਨਾਂ ਸਿੱਖਾਂ ਨੂੰ ਆਪਣੇ ਕੋਲ ਰੱਖਣਾ ਹੈ। ਨਿਰਪਤ ਬਨੈ ਜੇ ਕਾਮਨ ਧਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਮਨ ਵਿੱਚ ਕਾਮਨਾ ਰੱਖ ਲਈਆਂ, ਕੁਝ ਇਛਾਵਾਂ ਵੀ ਹੁੰਦੀਆਂ ਨੇ ਸਾਡੀਆਂ ਜੀਵਨ ਵਿੱਚ ਵੀ ਅੱਜ ਮੈਂ ਆ ਨਹੀਂ ਕਰ ਸਕਿਆ ਪਰ ਕੱਲ੍ਹ ਨੂੰ ਮੈਂ ਆ ਕਰਾਂਗਾ, ਅਗਲੇ ਸਾਲ ਇਹ ਕਰ ਲਵਾਂਗਾ। ਕੁਝ ਇਛਾਵਾਂ ਹੁੰਦੀਆਂ ਮਨ ਦੇ ਵਿੱਚ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਸਾਡੇ ਸੂਰਮੇ ਕੁਝ ਇੱਛਾ ਰੱਖ ਕੇ ਲੜਦੇ ਪਏ, ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਉਹਨਾਂ ਨੂੰ ਅਸੀਂ ਬਾਦਸ਼ਾਹ ਬਣਾ ਦੇਵਾਂਗੇ। ਇਸ ਦੁਨੀਆ ਤੇ ਆ ਕੇ ਰਾਜ ਭਾਗ ਉਹਨਾਂ ਨੇ ਕਮਾਉਣਾ ਹੈ। 4 ਪਦਾਰਥ ਕਰ ਤਲ ਪਾਵੇ। ਅਤੇ 4 ਪਦਾਰਥ ਜਿਹੜੇ ਨੇ ਉਹਨਾਂ ਦੀ ਹੱਥ ਦੀ ਤਲੀ ਦੇ ਉੱਪਰ ਲਿਆ ਕੇ ਰੱਖ ਦੇਵਾਂਗੇ। 4 ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਗ। ਧਰਮ, ਅਰਥ, ਕਾਮ ਤੇ ਮੋਕਸ਼, ਇਹ 4 ਪਦਾਰਥ ਨੇ। ਧਰਮ ਦੀ ਪ੍ਰਾਪਤੀ ਹੋਣੀ, ਕਾਮਨਾ ਪ੍ਰਾਪਤੀ ਹੋ ਜਾਣੀ, ਮੋਕਸ਼ ਮਿਲ ਜਾਣਾ ਔਰ ਪਦਾਰਥ ਮਿਲ ਜਾਣ। ਇਹ 4 ਪਦਾਰਥ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਰਾਜੇ ਵੀ ਬਣਾਵਾਂਗੇ ਤੇ 4 ਪਦਾਰਥਾਂ ਦੇ ਮਾਲਕ ਵੀ ਬਣਾ ਦੇਵਾਂਗੇ ਜਿਹੜੇ ਕਾਮਨਾ ਰੱਖ ਕੇ ਸਾਡੀ ਸੇਵਾ ਵਿੱਚ ਲੱਗੇ ਹਨ। ਬਿਨ ਤਪ ਤਪੇ ਹਾਥ ਨਹਿ ਆਵੇ। ਪਰ ਗੁਰਮੁਖੋ ਇਹ ਜਿਹੜੇ 4 ਪਦਾਰਥ ਨੇ ਨਾ, ਇਹ ਤਪ ਕੀਤੇ ਬਿਨਾ ਦੁਨੀਆ ਦੇ ਵਿੱਚ ਕੋਈ ਵੀ ਵਸਤੂ ਤਪੱਸਿਆ ਬਿਨਾ ਨਹੀਂ ਮਿਲਦੀ ਹੈ, ਭਗਤੀ ਬਿਨਾ ਨਹੀਂ ਮਿਲਦੀ ਹੈ। ਕਿਸੇ ਵੀ ਵਸਤੂ ਦੇ ਵਾਸਤੇ ਤਪ ਕਰਨਾ ਪੈਂਦਾ। ਜੇ ਆਪਾਂ ਵਿੱਦਿਆ ਪੜ੍ਹਦੇ ਹਾਂ ਸਕੂਲ ਦੇ ਵਿੱਚ, ਉਹ ਵੀ ਤਾਂ ਇੱਕ ਤਪ ਹੀ ਹੈ ਨਾ। ਸਵੇਰ ਤੋਂ ਲੈ ਕੇ ਸਾਰਾ ਦਿਨ ਸਕੂਲ ਵਿੱਚ ਬੈਠੇ ਰਹਿਣਾ, ਪੜ੍ਹਦੇ ਰਹਿਣਾ, ਇੱਕ ਇੱਕ ਗੱਲ ਨੂੰ ਯਾਦ ਕਰਦੇ ਰਹਿਣਾ ਵਾਰ-ਵਾਰ, ਇਹ ਵੀ ਇੱਕ ਤਪ ਹੈ। ਫਿਰ ਉਹ ਤਪ ਦਾ ਫਲ ਕੀ ਮਿਲਦਾ? ਸਾਨੂੰ ਡਿਗਰੀ ਮਿਲ ਜਾਂਦੀ ਹੈ ਤੇ ਫਿਰ ਉਹਦੋਂ ਅੱਗੋਂ ਸਾਨੂੰ ਰੁਜ਼ਗਾਰ ਮਿਲ ਜਾਂਦਾ ਹੈ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਕੋਈ ਵੀ ਅਸੀਂ ਹੁਨਰ ਸਿੱਖਦੇ ਹਾਂ, ਕੋਈ ਵੀ ਅਸੀਂ ਗੁਣ ਸਿੱਖਦੇ ਹਾਂ, ਗੁਣ ਵਾਸਤੇ ਤਪ ਕੀ ਹੈ? ਸਮੇਂ ਸਿਰ ਜਾਣਾ ਪੈਂਦਾ, ਉਸਤਾਦ ਦੀ ਮਾਰ ਵੀ ਖਾਣੀ ਪੈਂਦੀ ਹੈ, ਝਿੜਕਾਂ ਵੀ ਖਾਣੀਆਂ ਪੈਂਦੀਆਂ, ਭੁੱਖੇ ਪਿਆਸੇ ਵੀ ਰਹਿਣਾ ਪੈਂਦਾ। ਇਹ ਤਪ ਹੈ ਤੇਰੇ ਜੀਵਨ ਦਾ। ਫਿਰ ਉਹ ਹੁਨਰ ਜਾ ਕੇ ਉਹ ਗੁਣ ਦੀ ਪ੍ਰਾਪਤੀ ਹੁੰਦੀ ਹੈ। ਦੁਨੀਆ ਵਿੱਚ ਤਪ ਤੋਂ ਬਿਨਾਂ ਕੁਝ ਨਹੀਂ ਮਿਲਦਾ ਹੈ। ਹਰੇਕ ਕੰਮ ਦੇ ਵਾਸਤੇ ਉਹਨਾਂ ਤਪ ਜ਼ਰੂਰੀ ਹੈ। ਮਹਾਰਾਜ ਕਹਿਣ ਲੱਗੇ ਭਾਈ ਜਿੰਨਾ ਚਿਰ ਕੋਈ ਵਿਅਕਤੀ ਤਪ ਨਹੀਂ ਕਰਦਾ, ਉਹਨਾਂ ਚਿਰ ਕੋਈ ਪਦਾਰਥ ਹੱਥ ਵਿੱਚ ਨਹੀਂ ਆਉਂਦਾ ਹੈ। ਤਪ ਕਰਕੇ ਹੀ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਸਭ ਵਿਦ ਇਨ ਕੋ ਕਰਹਿ ਭਲੇਰੋ। ਅਸੀਂ ਆਪਣੇ ਸਿੱਖਾਂ ਨੂੰ ਹਰੇਕ ਤਰੀਕੇ ਨਾਲ ਭਲਾ ਕਰਨਾ ਚਾਹੁੰਦੇ ਹਾਂ। ਇਹਨਾਂ ਦਾ ਅਸੀਂ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਆ, ਕੋਈ ਜਾਣ ਬੁੱਝ ਕੇ ਨਹੀਂ ਇਹਨਾਂ ਨੂੰ ਦੁੱਖ ਦੇ ਰਹੇ। ਅਸੀਂ ਚਾਹੁੰਦੇ ਹਾਂ ਵੀ ਹਰੇਕ ਤਰੀਕੇ ਦੇ ਨਾਲ ਆਪਣੇ ਸਿੱਖਾਂ ਦਾ ਭਲਾ ਕਰਨਾ ਕਰੀਏ। ਜੋ ਇੱਕ ਵਾਰ ਬਣਿਓ ਸਿੱਖ ਮੇਰੋ। ਸਤਿਗੁਰੂ ਪਾਤਸ਼ਾਹ ਬੜੀ ਵੱਡੀ ਬਖਸ਼ਿਸ਼ ਕਰਦੇ ਪਏ। ਕਹਿਣ ਲੱਗੇ ਭਾਈ ਜਿਹੜਾ ਇੱਕ ਵਾਰੀ ਸਾਡਾ ਸਿੱਖ ਬਣ ਗਿਆ ਨਾ, ਉਹਦਾ ਕਦੇ ਅਸੀਂ ਨੁਕਸਾਨ ਨਹੀਂ ਹੋਣ ਦੇਵਾਂਗੇ ਜ਼ਿੰਦਗੀ ਵਿੱਚ। ਜਦੋਂ ਵੀ ਹੋਵੇਗਾ ਭਲਾ ਹੀ ਹੋਵੇਗਾ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਤੁਮ ਕਰੋ ਭਲਾ ਹਮ ਭਲੋ। ਨਾ ਜਾਣੋ। ਸਤਿਗੁਰੂ ਹਰ ਵੇਲੇ ਸਿੱਖ ਦਾ ਭਲਾ ਹੀ ਕਰਦੇ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਗੁਰੂ ਹਰ ਵੇਲੇ ਸਾਡਾ ਭਲਾ ਹੀ ਸੋਚਦਾ। ਪਰ ਸਾਡੇ ਮਨ ਵਿੱਚ ਕਈ ਵਾਰੀ ਇਹ ਵਚਨ ਆ ਜਾਂਦਾ ਵੀ ਪਤਾ ਨਹੀਂ ਮੈਨੂੰ ਘਾਟਾ ਪੈ ਗਿਆ ਜਾਂ ਕੋਈ ਨੁਕਸਾਨ ਹੋ ਗਿਆ ਹੈ। ਨਹੀਂ, ਗੁਰੂ ਸਮਰੱਥ ਹੈ। ਗੁਰੂ ਹਰ ਵੇਲੇ ਭਲੇ ਦੀ ਹੀ ਸਾਡੇ ਉੱਪਰ ਬਖਸ਼ਿਸ਼ ਕਰਦਾ ਹੈ। ਮਹਾਰਾਜ ਕਹਿਣ ਲੱਗੇ ਵਚਨ ਇਹ ਹੈ ਕਿ ਜਿਹੜਾ ਸਾਡਾ ਇੱਕ ਵਾਰੀ ਸਿੱਖ ਬਣ ਗਿਆ ਨਾ, ਜਿਹਨੇ ਅੰਮ੍ਰਿਤ ਦੀ ਦਾਤ ਇੱਕ ਵਾਰੀ ਪ੍ਰਾਪਤ ਕਰ ਲਈ, ਫਿਰ ਉਹਦੇ ਅਸੀਂ ਸਹਾਇਕ ਬਣ ਜਾਂਦੇ ਹਾਂ ਔਰ ਹਰ ਵੇਲੇ ਉਹਦੀ ਮਦਦ ਕਰਕੇ ਅਸੀਂ ਆਪਣੇ ਸਿੱਖ ਦਾ ਭਲਾ ਚਾਹੁੰਦੇ ਹਾਂ। ਹੋਏ ਸਹਾਇ ਕਰ ਹਉ ਕਲਿਆਣਾ। ਅਤੇ ਉਸ ਦੀ ਸਹਾਇਤਾ ਕਰਕੇ ਫਿਰ ਉਸ ਦੀ ਕਲਿਆਣ ਕਰ ਦਿੰਦੇ, ਮੁਕਤੀ ਕਰ ਦਿੰਦੇ ਹਾਂ। ਤੇ ਸਤਿਗੁਰੂ ਗੁਰਮੁਖੋ ਸਮਰੱਥ ਵੈਦ ਹੈ। ਹੁਣ ਵੈਦ ਨੂੰ ਪਤਾ ਹੈ
ਵੀ ਕਿਹੜੇ ਮਰੀਜ਼ ਨੂੰ ਦਵਾਈ ਕਿਵੇਂ ਖਵਾਉਣੀ ਹੈ ਔਰ ਕਿਹੜਾ ਕਿਹੜਾ ਪਰਹੇਜ਼ ਨਾਲ ਦੱਸਣਾ ਹੈ। ਪਰਹੇਜ਼ ਦੱਸ ਕੇ ਫਿਰ ਨਾਲ ਦਵਾਈ ਖਵਾ ਕੇ ਵੈਦ ਰੋਗ ਨੂੰ ਦੂਰ ਕਰ ਦਿੰਦਾ ਹੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇ ਔਖਦ ਮੁਖ ਦੇਵੈ। ਸਤਿਗੁਰੂ ਵੱਡੇ ਭਾਰੀ ਵੈਦ ਨੇ ਜਿਹੜੇ ਨਾਮ ਰੂਪੀ ਦਵਾਈ ਖਵਾ ਦਿੰਦੇ, ਨਾਲ ਪਰਹੇਜ਼ ਵੀ ਦੱਸਦੇ। ਪਰਹੇਜ਼ ਕੀ ਹੈ? ਜਿਹੜੀ ਇਹ 5 ਕਕਾਰਾਂ ਦੀ ਮਰਿਆਦਾ ਹੈ। 4 ਬੱਜਰ ਕੁਰੈਤਾਂ ਤੋਂ ਬਚਿਆ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦਾ ਹੈ। ਇਹ ਗੁਰੂ ਦਾ ਦੱਸਿਆ ਹੋਇਆ ਪਰਹੇਜ਼ ਕਰਕੇ ਵਿਕਾਰਾਂ ਤੋਂ ਬਚ ਕੇ ਨਾਲ ਨਾਮ ਜਪਦਾ ਹੈ। ਨਾਮ ਜਪਣਾ ਦਵਾਈ ਹੈ ਤੇ ਸਿੱਖ ਦਾ ਭਲਾ ਹੋ ਰਿਹਾ ਹੈ। ਜਿਸ ਤਰ੍ਹਾਂ ਇੱਕ ਵੈਦ ਦਵਾਈ ਖਵਾਉਂਦਾ ਹੈ, ਨਾਲ ਪਰਹੇਜ਼ ਵੀ ਦੱਸਦਾ ਹੈ, ਰੋਗ ਤੋਂ ਬਚਾ ਲੈਂਦਾ ਹੈ। ਗੁਰੂ ਨਾਮ ਵੀ ਜਪਾਉਂਦਾ ਹੈ, ਵਿਕਾਰਾਂ ਤੋਂ ਵੀ ਬਚਾ ਕੇ ਪਰਹੇਜ਼ ਦੱਸ ਕੇ ਮੁਕਤੀ ਦੀ ਮਹਾਰਾਜ ਦਾਤ ਬਖਸ਼ਦੇ ਹਨ। ਜਨਮ ਮਰਨ ਗਨ ਸੰਕਟ ਹਨ। ਤੇ ਜਿਹੜੇ ਜੰਮਣ ਤੇ ਮਰਨ ਦੇ ਸੰਕਟ ਦੁੱਖ ਨੇ, ਗੁਰੂ ਉਹਨਾਂ ਨੂੰ ਨਾਸ਼ ਕਰ ਦਿੰਦਾ ਹੈ। ਗੁਰਮੁਖੋ, ਜੰਮਣ ਦਾ ਦੁੱਖ ਬੜਾ ਵੱਡਾ ਹੈ। ਵਿਦਵਾਨਾਂ ਦਾ ਗ੍ਰੰਥਾਂ ਵਿੱਚ ਇਹ ਕਥਨ ਲਿਖਿਆ ਹੈ ਵੀ 70,000 ਬਿੱਛੂ ਜੇ ਡੰਗ ਮਾਰ ਦੇਵੇ ਬੜਾ ਭਾਰੀ ਦਰਦ ਹੁੰਦਾ ਹੈ। ਇੰਨਾ ਦਰਦ ਮਨੁੱਖ ਨੂੰ ਜਨਮ ਵੇਲੇ ਹੈ ਅਤੇ ਇੰਨਾ ਹੀ ਦਰਦ ਮੌਤ ਵੇਲੇ ਹੈ। ਜਿਨ ਦਿਨ ਮਾਣੀ ਕੱਢੀਐ ਹੱਡਾਂ ਕੂੜ ਕੜਕਾਏ। ਇਹ ਬਾਣੀ ਦੇ ਬਚਨ ਮਹਾਰਾਜ ਨੇ ਲਿਖੇ। ਜਦੋਂ ਅਜਰਾਇਲ ਫਰਿਸ਼ਤਾ ਜਾਨ ਕੱਢਦਾ ਸਰੀਰ ਦੇ ਵਿੱਚੋਂ ਆ ਕੇ, ਉਸ ਵੇਲੇ ਹੱਡੀਆਂ ਨੂੰ ਤੋੜ ਕੇ ਇਹਦੇ ਵਿੱਚੋਂ ਜਾਨ ਕੱਢ ਕੇ ਫਿਰ ਲੈ ਕੇ ਜਾਂਦਾ ਹੈ। ਇਸ ਕਰਕੇ ਮੌਤ ਦਾ ਵੱਡਾ ਦੁੱਖ ਤੇ ਜਨਮ ਦਾ ਵੱਡਾ ਦੁੱਖ ਹੈ ਕਿ ਸਰੀਰ ਨੂੰ ਖਿੱਚ ਕੇ ਬਾਹਰ ਦੁਨੀਆ ਤੇ ਲਿਆਂਦਾ ਜਾਂਦਾ ਹੈ। ਇਹ ਜੰਮਣ ਤੇ ਮਰਨ ਦਾ ਵੱਡਾ ਦੁੱਖ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ ਬਾਣੀ ਦੇ ਬਚਨ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਅਸੀਂ ਆਪਣੇ ਸਿੱਖ ਦੇ ਜੰਮਣ ਦਾ ਦੁੱਖ ਤੇ ਮਰਨ ਦਾ ਦੁੱਖ ਇਹ ਆਪਣੀ ਸਿੱਖੀ ਬਖਸ਼ਿਸ਼ ਕਰਕੇ, ਅਮਰਤ ਦੀ ਦਾਤ ਬਖਸ਼ਿਸ਼ ਕਰਕੇ ਇਹਨਾਂ ਦੁੱਖਾਂ ਨੂੰ ਦੂਰ ਕਰਦੇ ਹਾਂ। ਇਸ ਤੇ ਆਦ ਹੇਤ ਹੈ ਆਨ। ਇਸ ਤੋਂ ਬਿਨਾ ਹੋਰ ਵੀ ਕਈ ਕਾਰਨ ਨੇ, ਵੀ ਇਹ ਤੇ ਇੱਕ ਦੋ ਹੀ ਕਾਰਨ ਦੱਸੇ ਨਾ, ਵੀ ਅਸੀਂ ਸਿੱਖਾਂ ਦੀ ਮੈਲ ਉਤਾਰਦੇ ਪਏ ਹਾਂ, ਇਹਨਾਂ ਦੇ ਪਾਪ ਨਸ਼ਟ ਕਰਦੇ ਪਏ ਹਾਂ, ਇਹਨਾਂ ਦੇ ਕੀਤੇ ਹੋਏ ਕਰਮ ਸਾੜਦੇ ਪਏ ਹਾਂ ਕਿ ਮੁਕਤੀ ਮਿਲ ਜਾਵੇ। ਇਹ ਤੇ ਕੁਝ ਹੀ ਬਚਨ ਲਿਖੇ ਮਹਾਰਾਜ ਸਾਹਿਬ ਜੀ ਕਹਿ ਰਹੇ ਨੇ। ਇਹਦੇ ਤੋਂ ਬਿਨਾ ਹੋਰ ਵੀ ਕਈ ਕਾਰਨ ਨੇ, ਇਹਨਾਂ ਦੇ ਭਲੇ ਵਾਸਤੇ ਬਚਨ ਹਨ। ਜਾਣੈ ਮੇਰੇ ਸਿੱਖ ਮਹਾਨ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਸਾਡੇ ਸਿੱਖ ਬੜੇ ਮਹਾਨ ਹਨ, ਬੜਾ ਮਹਾਨ ਇਹਨਾਂ ਦਾ ਜੀਵਨ ਹੈ। ਗੁਰਮੁਖੋ, ਗੁਰੂ ਦੇ ਸਿੱਖਾਂ ਦੀ ਬੜੀ ਵੱਡੀ ਕਮਾਈ ਹੈ। ਇਤਿਹਾਸ ਸੁਣਨਾ, ਬਚਨ ਸੁਣਨਾ ਇੱਕ ਅਲੱਗਾ ਗੱਲ ਹੈ, ਪਰ ਜਦੋਂ ਉਹ ਚੀਜ਼ ਸਰੀਰ ਦੇ ਉੱਪਰ ਵਾਪਰਦੀ ਹੈ ਨਾ, ਉਸ ਦੁੱਖ ਦੇ ਵਿੱਚ ਖਲੋਤੇ ਰਹਿਣਾ, ਇਹ ਵੀ ਕਮਾਈ ਬਿਨਾ ਨਹੀਂ ਹੁੰਦਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਸਾਡੇ ਸਿੱਖ ਬਹੁਤ ਭਾਰੀ ਮਹਾਨ ਹਨ, ਬੜਾ ਚੰਗਾ ਇਹਨਾਂ ਦਾ ਜੀਵਨ ਹੈ, ਜੋ ਐਸੇ ਕਸ਼ਟ ਸਹਿ ਕੇ ਵੀ ਇਹ ਬੰਦਗੀ ਵਿੱਚ ਲੱਗੇ ਹੋਏ ਹਨ। ਸਿੱਖ ਤਬ ਕਹਿਓ ਖੇਲ ਸਭ ਠਾਨੋ। ਉਸ ਵੇਲੇ ਸਿੱਖ ਨੇ ਸੁਣ ਕੇ ਬਚਨ ਮਹਾਰਾਜ ਸਾਹਿਬ ਜੀ ਦੇ ਕਹਿਣ ਲੱਗਾ, ਸਤਿਗੁਰੂ ਇਹ ਸਾਰੇ ਖੇਡ ਕੌਤਕ ਆਪ ਕਰਦੇ ਹੋ, ਆਪਣੇ ਚਰਿਤ ਆਪ ਹੀ ਜਾਣੋ। ਮਹਾਰਾਜ ਤੁਹਾਡੇ ਚਰਿੱਤਰ ਕੌਣ ਜਾਣ ਸਕਦਾ? ਚਰਿੱਤਰ ਨਾਮ ਗੁਰਮੁਖੋ ਕੌਤਕ ਦਾ ਹੈ। ਮਹਾਰਾਜ ਤੁਹਾਡੇ ਕੌਤਕ ਕੌਣ ਜਾਣਦਾ? ਖਿਨ ਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ। ਚਲਤ ਨਾਮ ਕੌਤਕ ਦਾ ਹੀ ਹੈ। ਮਹਾਰਾਜ ਤੁਹਾਡੇ ਕੌਤਕ ਹੈਰਾਨ ਕਰਨ ਵਾਲੇ, ਜਦੋਂ ਵੇਖੀਦਾ ਨਾ ਵੀ ਆਹ ਕਲਾ ਤੁਸੀਂ ਵਰਤਾਈ ਹੈ, ਹੈਰਾਨ ਹੋ ਜਾਈਦਾ ਹੈ। ਜਦੋਂ ਉਹਦੇ ਤੋਂ ਬਾਅਦ ਦੂਜਾ ਕੌਤਕ ਵੇਖੀਦਾ, ਹੋਰ ਹੈਰਾਨ ਹੋ ਜਾਈਦਾ। ਮਹਾਰਾਜ ਜੀ ਇੱਕ ਖਿਣ ਵਿੱਚ ਕੁਝ ਹੋਰ ਹੋ, ਦੂਜੇ ਛਿਣ ਵਿੱਚ ਕੁਝ ਹੋਰ ਹੋ। ਤੁਹਾਡੇ ਚਲਤ ਕੌਤਕ ਹੈਰਾਨ ਕਰਨ ਵਾਲੇ ਹਨ। ਹਮ ਅਲਪਗ ਕਹਾਂ ਕਹਿ ਜਾਣੈ। ਸਤਿਗੁਰੂ ਅਸੀਂ ਅਲਪਗ ਜੀਵ, ਸਾਡੀ ਤੇ ਮਾਤੀ ਥੋੜੀ ਹੈ। ਮੈਂ ਬੌਰੀ ਮੇਰਾ ਰਾਮ ਪਧਾਰ, ਅਸੀਂ ਤੇ ਬੌਰੇ ਝੱਲੇ ਹਾਂ। ਮਹਾਰਾਜ ਸਾਡੇ ਵਿੱਚ ਕਿੰਨੀ ਕੁ ਸਮਰੱਥਾ ਹੈ, ਅਸੀਂ ਤੇ ਤੁੱਛ ਬੁੱਧੀ ਦੇ ਮਾਲਕ ਹਾਂ। ਪਾਤਸ਼ਾਹ ਤੁਹਾਡੀ ਵਡਿਆਈ ਨੂੰ ਜਾਣ ਹੀ ਨਹੀਂ ਸਕਦੇ, ਤੇਰੇ ਕਵਨ ਕਵਨ ਗੁਣ ਕਹਿ ਮਹਾਰਾਜ ਸਾਡੀ ਮਾਤੀ ਬੜੀ ਥੋੜੀ ਹੈ, ਇਸ ਕਰਕੇ ਤੁਹਾਡੇ ਗੁਣਾਂ ਦਾ ਕਥਨ ਨਹੀਂ ਹੈ। ਜਥਾ ਜੋਗ ਤੁਮ ਕੌਤਕ ਠਾਨੈ। ਸਤਿਗੁਰੂ ਪਾਤਸ਼ਾਹ ਇਹ ਤੇ ਤੁਹਾਡੀ ਲੀਲਾ ਹੈ, ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕੌਤਕ ਕਰਦੇ ਹੋ, ਵੇਖਦੇ ਹੋ, ਦੁਨੀਆ ਬਣਾਉਂਦੇ ਹੋ, ਫਿਰ ਦੁਨੀਆ ਨੂੰ ਲੈਤਾ ਵੀ ਕਰਦੇ ਹੋ। ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਤੁਸੀਂ ਸੰਸਾਰ ਨੂੰ ਚਲਾਉਂਦੇ ਪਏ ਹੋ। ਸੁਨ ਪ੍ਰਸੰਨ ਗੁਰ ਤਾਹੇ ਬਖਾਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਸਿੱਖ ਨੇ ਬਚਨ ਕੀਤੇ ਨਾ ਵੀ ਸਤਿਗੁਰੂ ਇਹ ਤੇ ਤੁਹਾਡੀ ਲੀਲਾ ਹੈ, ਕੌਤਕ ਹੈ ਮਹਾਰਾਜ ਜੋ ਆਪ ਕਰਦੇ ਪਏ,
ਇਹ ਬਚਨ ਸੁਣ ਕੇ ਮਹਾਰਾਜ ਸਾਹਿਬ ਜੀ ਸਿੱਖ ਤੋਂ ਬੜੇ ਪ੍ਰਸੰਨ ਹੋਏ। ਮੰਗੋ ਬਰ ਇੱਛਾ ਜਿਮ ਠਾਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖਾ ਬਚਨ ਇਹ ਹੈ ਵੀ ਤੇਰਾ ਅਸੀਂ ਪਾਰਸ ਜਾਣ ਬੁੱਝ ਕੇ ਪਾਣੀ ਵਿੱਚ ਸੁੱਟਿਆ ਸੀ। ਉਹਨੂੰ ਮਹਾਰਾਜ ਨੇ ਦੱਸ ਹੀ ਦਿੱਤਾ। ਜਦੋਂ ਪਾਰਸ ਸੁੱਟਿਆ ਨਾ ਤੇ ਸਿੱਖ ਨੇ ਆਖਿਆ ਮਹਾਰਾਜ ਇਹ ਕੀ ਕੀਤਾ ਹੈ, ਤੁਸੀਂ ਪਾਰਸ ਪਾਣੀ ਵਿੱਚ ਸੁੱਟ ਦਿੱਤਾ ਹੈ। ਉਦੋਂ ਮਹਾਰਾਜ ਨੇ ਆਖਿਆ ਸੀ ਸਿੱਖਾ ਹੁਣ ਸਾਨੂੰ ਕੀ ਪਤਾ ਵੀ ਪਾਰਸ ਕੀ ਹੁੰਦਾ ਹੈ, ਅਸੀਂ ਤੇ ਮਾਮੂਲੀ ਪੱਥਰ ਹੀ ਸਮਝਿਆ। ਉਹ ਜਾਣ ਬੁੱਝ ਕੇ ਮਹਾਰਾਜ ਨੇ ਆਖਿਆ ਸੀ। ਹੁਣ ਜਦੋਂ ਸਾਰੇ ਕੌਤਕ ਵਾਪਰ ਗਏ ਹੁਣ ਮਹਾਰਾਜ ਦੱਸਦੇ ਪਏ ਕਹਿੰਦੇ ਸਾਨੂੰ ਪਤਾ ਸੀ ਵੀ ਪਾਰਸ ਹੁੰਦਾ ਕੀ ਹੈ, ਉਹ ਤੇ ਅਸੀਂ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਹੈ, ਪਰ ਫਿਰ ਵੀ ਅਸੀਂ ਤੇਰੇ ਬਚਨਾਂ ਤੋਂ ਬੜੇ ਖੁਸ਼ ਹਾਂ। ਹੁਣ ਤੂੰ ਵਰ ਮੰਗ ਵੀ ਤੈਨੂੰ ਚਾਹੀਦਾ ਕੀ ਹੈ, ਜੋ ਤੈਨੂੰ ਚਾਹੀਦਾ ਨਾ, ਜੋ ਤੇਰੀ ਭਾਵਨਾ ਹੈ ਮਨ ਦੇ ਵਿੱਚ, ਉਹ ਭਾਵਨਾ ਪੂਰੀ ਕਰਨ ਵਾਸਤੇ ਮੰਗਣਾ ਕਰ। ਹਾਥ ਜੋਰ ਸਿੱਖ ਤਵੈ ਸੁਨਾਇਓ। ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਆਖਿਆ ਨਾ ਮੰਗ ਲੈ ਕੀ ਚਾਹੀਦਾ, ਜੋ ਮੰਗੇਗਾ ਉਹ ਮਿਲ ਜਾਵੇਗਾ। ਤੇ ਸਿੱਖ ਨੇ ਫਿਰ ਹੱਥ ਜੋੜੇ ਮਹਾਰਾਜ ਸਾਹਿਬ ਜੀਆਂ ਦੇ ਅੱਗੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ ਹੈ ਤੁਮ ਦਰਸ਼ਨ ਤੇ ਸਭ ਕਿਛ ਪਾਇਓ। ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਇੱਛਾ ਸੀ ਮੇਰੇ ਮਨ ਵਿੱਚ ਜ਼ਰੂਰ ਵੀ ਮਹਾਰਾਜ ਕੋਲੋਂ ਇਹ ਮੰਗਾਂਗੇ, ਪਰ ਅੱਜ ਤੁਹਾਡਾ ਦਰਸ਼ਨ ਕਰਕੇ ਮੇਰਾ ਮਨ ਐਸਾ ਨਿਰਮਲ ਹੋ ਗਿਆ ਹੈ, ਹੁਣ ਦੁਨੀਆ ਦੇ ਪਦਾਰਥਾਂ ਦੀ ਭੁੱਖ ਹੀ ਨਹੀਂ ਰਹਿ ਗਈ ਹੈ। ਐਸੀ ਕਿਰਪਾ ਤੁਸੀਂ ਵਰਤਾਈ ਹੈ। ਸੋ ਆਪਾਂ ਇਤਿਹਾਸ ਵਿੱਚ ਬਚਨ ਪੜ੍ਹਦੇ ਹਾਂ, ਭਗਤ ਧਰੂ ਜੀ ਘਰੋਂ ਚੱਲ ਪਏ ਵੀ ਰਾਜ ਭਾਗ ਮੰਗਣਾ ਹੈ। ਬੜਾ ਭਾਰੀ ਤਪ ਕੀਤਾ। ਜਦੋਂ ਤਪ ਕਰਕੇ ਭਗਵਾਨ ਜੀਆਂ ਦੇ ਦਰਸ਼ਨ ਹੋਏ ਕਹਿਣ ਲੱਗੇ ਧਰੂ ਮੰਗ ਕੀ ਚਾਹੀਦਾ। ਕਹਿਣ ਲੱਗਾ ਜੀ ਹੁਣ ਕੁਝ ਨਹੀਂ ਚਾਹੀਦਾ, ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਨਿਰਮਲ ਹੋ ਗਿਆ, ਪਦਾਰਥਾਂ ਦੀ ਭੁੱਖ ਰਹਿ ਨਹੀਂ ਗਈ ਹੈ, ਹੁਣ ਮੈਨੂੰ ਕੁਝ ਨਹੀਂ ਚਾਹੀਦਾ, ਤੁਹਾਡੇ ਦਰਸ਼ਨਾਂ ਨਾਲ ਹੀ ਤ੍ਰਿਪਤੀ ਹੋ ਗਈ ਹੈ। ਕਹਿਣ ਲੱਗੇ ਠੀਕ ਹੈ ਦਰਸ਼ਨਾਂ ਨਾਲ ਤ੍ਰਿਪਤੀ ਹੋਈ ਹੈ, ਪਰ ਜਿਹੜੀ ਇੱਛਾ ਘਰੋਂ ਲੈ ਕੇ ਚੱਲਿਆ ਸੀ ਉਹ ਤੇਰੀ ਪੂਰੀ ਕਰਾਂਗੇ। ਘਰੋਂ ਤੁਰਿਆ ਸੀ ਜਿਸ ਵੇਲੇ, ਉਦੋਂ ਤੇਰੀ ਭਾਵਨਾ ਸੀ ਰਾਜ ਮਿਲੇ, ਜਾ ਕੇ 36,000 ਸਾਲ ਰਾਜ ਕਰ, ਐਸਾ ਵਰ ਦੇ ਕੇ ਤੁਰਿਆ। ਸੋ ਇਹ ਸਿੱਖ ਵੀ ਬਚਨ ਕਰਦਾ। ਮਹਾਰਾਜ ਜੀ ਪਹਿਲਾਂ ਤੇ ਮਨ ਵਿੱਚ ਬੜੀਆਂ ਇੱਛਾ ਸਨ ਵੀ ਮਹਾਰਾਜ ਕੋਲੋਂ ਇਹ ਮੰਗ ਲਵਾਂਗੇ, ਲੈ ਲਵਾਂਗੇ, ਪਰ ਹੁਣ ਆਪ ਜੀ ਦੇ ਦਰਸ਼ਨ ਕਰਕੇ ਮਨ ਵਿੱਚ ਇੱਛਾ ਕੋਈ ਰਹਿ ਹੀ ਨਹੀਂ ਗਈ ਹੈ। ਸਾਰੀਆਂ ਇੱਛਾਵਾਂ ਮਨ ਦੀਆਂ ਖਤਮ ਹੋ ਗਈਆਂ ਹਨ। ਜੇ ਅਬ ਦਇਓ ਚਾਹਤ ਗੁਰ ਮੇਰੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਸਿੱਖਾ ਮੰਗ, ਅਸੀਂ ਕੋਈ ਤੈਨੂੰ ਦੇਣਾ ਚਾਹੁੰਦੇ ਹਾਂ। ਤੇ ਫਿਰ ਸਿੱਖ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਵੀ ਜੇ ਕੁਝ ਦੇਣਾ ਹੀ ਚਾਹੁੰਦੇ ਹੋ ਮੇਰੇ ਤੇ ਤਰੋਠੀ ਪਏ ਹੋ, ਬਖਸ਼ਿਸ਼ ਹੀ ਕਰਨ ਲੱਗੇ ਹੋ ਦੇਣ ਵਾਸਤੇ। ਸਤਿਗੁਰੂ ਜੇ ਮੇਰੀ ਝੋਲੀ ਨੂੰ ਭਰਨ ਲੱਗੇ ਹੋ, ਨਿਵਾਜਣ ਲੱਗੇ ਹੋ, ਪਾਤਸ਼ਾਹ ਜੇ ਕੁਝ ਦੇਣਾ ਚਾਹੁੰਦੇ ਹੋ ਮੇਟ ਦੇਹੋ ਪਵਜਲ ਕੇ ਫੇਰੇ। ਤੇ ਸਤਿਗੁਰੂ ਪਾਤਸ਼ਾਹ ਫਿਰ ਕਿਰਪਾ ਇਹ ਕਰੋ, ਇਹ ਸੰਸਾਰ ਵਿੱਚ ਜਨਮ ਲੈ ਕੇ ਆਉਣਾ ਤੇ ਮਰ ਕੇ ਜਾਣ ਦਾ ਜਿਹੜਾ ਫੇਰਾ ਹੈ ਮਹਾਰਾਜ ਇਹ ਹੀ ਮਿਟਾ ਦਿਓ। ਜੰਮਣ ਮਰਨ ਦਾ ਫੇਰਾ ਰਵੇ ਹੀ ਨਾ, ਦੁਨੀਆ ਤੇ ਆਉਣਾ ਹੀ ਨਾ ਪਵੇ, ਜਨਮਾਂ ਵਿੱਚ ਪੈਣਾ ਹੀ ਨਾ ਪਵੇ। ਸਤਿਗੁਰੂ ਨੇ ਬਚਨ ਆਖਿਆ ਨਾ ਮੰਗ ਸਿੱਖਾ ਕੀ ਚਾਹੀਦਾ। ਪਹਿਲਾ ਬਚਨ ਹੋਇਆ ਨਹੀਂ ਮਹਾਰਾਜ ਦਰਸ਼ਨ ਕਰਕੇ ਭੁੱਖਾਂ ਸਭ ਗਵਾਈਆਂ, ਭੁੱਖ ਨਹੀਂ ਰਹਿ ਗਈ ਹੈ। ਮਹਾਰਾਜ ਨੇ ਆਖਿਆ ਨਹੀਂ ਭਾਈ ਮੰਗ ਅਸੀਂ ਦੇਣਾ ਚਾਹੁੰਦੇ। ਮਹਾਰਾਜ ਜੇ ਦੇਣਾ ਹੀ ਚਾਹੁੰਦੇ ਹੋ ਫਿਰ ਜੰਮਣ ਮਰਨ ਦਾ ਫੇਰਾ ਖਤਮ ਕਰ ਦਿਓ, ਜੰਮ ਕੇ ਨਾ ਆਉਣਾ ਪਵੇ, ਮਰ ਕੇ ਨਾ ਜਾਣਾ ਪਵੇ। ਮਹਾਰਾਜ ਇਹ ਕਿਰਪਾ ਕਰੋ, ਜਨਮ ਮਰਨ ਨਿਵਾਰ ਪ੍ਰਭ ਰਾਖ ਲਿਓ। ਸਤਿਗੁਰੂ ਕਿਰਪਾ ਕਰੋ, ਇਹ ਜਨਮ ਮਰਨ ਨਿਵਾਰ ਕੇ ਦੂਰ ਕਰਕੇ ਮੈਨੂੰ ਰੱਖ ਲੈਣਾ ਕਰੋ। ਤੁਮਰੇ ਸੰਗ ਪ੍ਰਸੰਗ ਜੇ ਮੇਰਾ। ਸਤਿਗੁਰੂ ਪਾਤਸ਼ਾਹ ਜੀ ਇਹ ਜਿਹੜਾ ਸਾਡਾ ਤੁਹਾਡੇ ਨਾਲ ਬਚਨ ਹੋਏ ਨਾ, ਜਿਹੜਾ ਇਹ ਪ੍ਰਸੰਗ ਸਾਰਾ ਵਾਪਰਿਆ, ਆਪਾਂ ਪਿੱਛੇ ਸਾਖੀ ਸਰਵਣ ਕਰ ਰਹੇ ਹਾਂ। ਇਸੇ ਸਿੱਖ ਨੇ ਪਾਰਸ ਭੇਟ ਕੀਤਾ ਸੀ, ਮਹਾਰਾਜ ਨੇ ਪਾਣੀ ਵਿੱਚ ਸੁੱਟਿਆ। ਸਿੱਖ ਦੇ ਮਨ ਵਿੱਚ ਆਇਆ ਸਤਿਗੁਰੂ ਨੇ ਜਾਣਿਆ ਨਹੀਂ ਪਾਰਸ ਦੀ ਕੀਮਤ ਨੂੰ। ਪਾਤਸ਼ਾਹ ਕਹਿਣ ਲੱਗੇ ਗੁਰੂ ਦਾ ਸਰੀਰ ਹੀ ਪਾਰਸ ਹੈ। ਮਨ ਵਿੱਚ ਸ਼ੰਕਾ ਆ ਗਿਆ, ਇਹ ਤੇ ਗੁਰੂ ਪਾਤਸ਼ਾਹ ਐਵੇਂ ਮਨ ਠਹਿਰਾਉਣ ਦੀਆਂ ਗੱਲਾਂ ਕਰਦੇ ਪਏ, ਸਰੀਰ ਪਾਰਸ ਕਿਵੇਂ ਹੋ ਸਕਦਾ ਹੈ। ਸਤਿਗੁਰਾਂ ਨੇ ਵਿਖਾਉਣ ਵਾਸਤੇ ਕਹਿੰਦੇ ਜਾ ਜਲ ਲੈ ਕੇ ਆ, ਅਸੀਂ ਹੱਥ ਸੁੱਚੇ ਕਰੀਏ। ਜਦੋਂ ਹੱਥ ਸੁੱਚੇ ਕੀਤੇ ਮਹਾਰਾਜ ਦੇ ਹੱਥਾਂ ਨੂੰ ਜਲ ਲਾ ਕੇ ਧਰਤੀ ਤੇ ਡੁੱਲਿਆ, ਤੇ ਜਿੱਥੇ ਜਿੱਥੇ ਜਲ ਡੁੱਲਿਆ ਉਹ ਧਰਤੀ ਸੋਨੇ ਦੀ ਬਣ ਗਈ। ਮਨ ਵਿੱਚ ਜਾਣਿਆ ਵੀ ਮਹਾਰਾਜ ਨੇ ਵਾਕਿਆ ਹੀ ਸੱਚਾ ਬਚਨ ਕੀਤਾ, ਪਰ ਅਜੇ ਵੀ ਪਾਰਸ ਦੀ ਇੱਛਾ ਹੈ ਵੀ ਮੈਨੂੰ ਤੇ ਘਾਟਾ ਪੈ ਗਿਆ ਨਾ। ਸਤਿਗੁਰੂ ਕਹਿੰਦੇ ਜਾ ਜਲ ਦੇ ਵਿੱਚੋਂ ਜਾ ਕੇ ਪਾਰਸ ਆਪਣਾ ਕੱਢ ਲਿਆ ਭਾਈ। ਜਦੋਂ ਪਾਣੀ ਵਿੱਚ ਗਿਆ ਉੱਥੇ ਹੀਰੇ ਜਵਾਹਰਾਤ ਵੇਖ ਕੇ ਮਨ ਦਾ ਭਰਮ ਦੂਰ ਹੋ ਗਿਆ। ਹੁਣ ਇਹ ਬਚਨ ਕਰਦਾ ਪਿਆ ਮਹਾਰਾਜ ਜੀ
ਜਿਹੜਾ ਇਹ ਮੇਰਾ ਤੁਹਾਡੇ ਨਾਲ ਪ੍ਰਸੰਗ ਵਾਪਰਿਆ ਹੈ, ਜਿੰਨੀ ਆ ਸਾਖੀ ਆਪਾਂ ਪਿਛਲੇ 2-3 ਦਿਨਾਂ ਤੋਂ ਸਰਵਣ ਕਰ ਰਹੇ ਹਾਂ, ਇਹ ਜਿੰਨਾ ਵੀ ਮੇਰਾ ਤੇ ਤੁਹਾਡਾ ਬਚਨ ਬਲਾਸ ਹੋਏ, ਜੋ ਜੋ ਤੁਸੀਂ ਕੌਤਕ ਵਰਤਾਏ ਹਨ, ਜੇ ਨਰ ਪੜ੍ਹੈ ਸੁਨਹਿ ਕਬੀਰਾ। ਤੇ ਸਤਿਗੁਰੂ ਪਾਤਸ਼ਾਹ ਫਿਰ ਇੱਕ ਕਿਰਪਾ ਹੋਰ ਕਰ ਦਿਓ, ਜਿਹੜਾ ਵੀ ਮਨੁੱਖ ਇਸ ਇਤਿਹਾਸ ਨੂੰ ਪੜ੍ਹੇਗਾ, ਜਿਹੜਾ ਵੀ ਇਸ ਇਤਿਹਾਸ ਨੂੰ ਸੁਣੇਗਾ, ਜਿਹੜਾ ਮੇਰਾ ਤੁਹਾਡੇ ਨਾਲ ਇਹ ਬਚਨ ਬਲਾਸ ਹੋਏ, ਤੁਸੀਂ ਧਰਤੀ ਸੋਨੇ ਦੀ ਕਰਕੇ ਵਿਖਾਈ ਹੈ, ਜਲ ਦੇ ਵਿੱਚੋਂ ਬੇਅੰਤ ਹੀਰੇ ਜਵਾਹਰਾਤ ਵਿਖਾਏ, ਆਪਣੀ ਸਮਰੱਥਾ ਨਾਲ ਬਚਨ ਤੁਸੀਂ ਕੀਤੇ, ਜਿਹੜਾ ਵੀ ਇਸ ਇਤਿਹਾਸ ਨੂੰ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਸੰਗਤ ਸੁਣੇ ਜਾਂ ਜਿਹੜਾ ਵੀ ਪੜ੍ਹਨਾ ਕਰਦਾ ਹੈ, ਸੋ ਸਿੱਖ ਸ਼ਰਧਾ ਗੁਰ ਕੀ ਪਾਏ। ਤੇ ਉਹ ਸਿੱਖ ਨੂੰ ਕੀ ਮਿਲੇਗਾ? ਉਹ ਸਿੱਖ ਨੂੰ ਮਿਲੇਗਾ ਗੁਰੂ ਦੇ ਉੱਪਰ ਸ਼ਰਧਾ, ਗੁਰੂ ਦੇ ਉੱਪਰ ਭਰੋਸਾ ਮਿਲੇਗਾ। ਇਹ ਸਿੱਖ ਦੇ ਮਨ ਵਿੱਚ ਵੀ ਭਰੋਸਾ ਨਹੀਂ ਸੀ ਨਾ ਮਹਾਰਾਜ ਦੇ ਉੱਪਰ, ਵੀ ਮਹਾਰਾਜ ਨੇ ਪੱਥਰ ਸੁੱਟਤਾ, ਮਹਾਰਾਜ ਨੂੰ ਕੀਮਤ ਦਾ ਨਹੀਂ ਪਤਾ, ਕਦੇ ਸਰੀਰ ਵੀ ਮਿੱਟੀ ਨੂੰ ਸੋਨਾ ਕਰ ਸਕਦਾ। ਸਤਿਗੁਰੂ ਨੇ ਸਾਰਾ ਕੌਤਕ ਵਰਤਾਇਆ, ਹੁਣ ਇਹਦੇ ਮਨ ਵਿੱਚ ਸ਼ਰਧਾ ਆ ਗਈ ਹੈ। ਕਹਿਣ ਲੱਗਾ ਮਹਾਰਾਜ ਜਿਵੇਂ ਮੇਰੇ ਨਾਲ ਵਾਪਰਿਆ, ਮੇਰੇ ਮਨ ਵਿੱਚ ਸ਼ਰਧਾ ਆਈ ਹੈ, ਐਸੇ ਤਰ੍ਹਾਂ ਜਿਹੜਾ ਵੀ ਤੁਹਾਡਾ ਇਤਿਹਾਸ ਪੜ੍ਹੇ ਜਾਂ ਸੁਣੇ, ਉਹਦੇ ਮਨ ਵਿੱਚ ਸ਼ਰਧਾ ਪ੍ਰਾਪਤ ਹੋਵੇ। ਸਤਿ ਸ਼੍ਰੀ ਅਕਾਲ। ਉਹਦੇ ਮਨ ਵਿੱਚ ਸ਼ਰਧਾ ਪ੍ਰਾਪਤ ਹੋਵੇ, ਜਿਹੜਾ ਵੀ ਇਸ ਇਤਿਹਾਸ ਨੂੰ ਪੜ੍ਹ ਲਵੇ, ਸੁਣ ਲਵੇ, ਇਹ ਮਹਾਰਾਜ ਦਾਤ ਬਖਸ਼ਿਸ਼ ਕਰੋ। ਤੁਮਰੇ ਚਰਨਨ ਜਾਏ ਸਮਾਏ। ਸਤਿਗੁਰੂ ਪਾਤਸ਼ਾਹ ਹੁਣ ਗੁਰਮੁਖੋ ਬਚਨ ਇਹ ਹੈ ਵੀ ਜਿਹਨੂੰ ਸ਼ਰਧਾ ਹੋਵੇਗੀ ਨਾ ਗੁਰੂ ਦੇ ਉੱਪਰ, ਉਹ ਆਪਣੇ ਆਪ ਹੀ ਗੁਰੂ ਦਾ ਭੋਰਾ ਬਣ ਜਾਏਗਾ, ਸੇਵਕ ਬਣ ਜਾਏਗਾ। ਜਿਹੜਾ ਸੇਵਕ ਬਣ ਜਾਏਗਾ ਉਹ ਫਿਰ ਗੁਰੂ ਦੇ ਚਰਨਾਂ ਵਿੱਚ ਹੀ ਸਮਾ ਜਾਏਗਾ, ਲੀਨ ਹੋ ਜਾਏਗਾ। ਇਹ ਬਚਨ ਕਰਦਾ ਪਿਆ ਮਹਾਰਾਜ ਸਾਹਿਬ ਜੀ। ਸੋ ਜਿਹਦੀ ਤੁਹਾਡੇ ਉੱਪਰ ਸ਼ਰਧਾ ਬਣ ਜਾਵੇ, ਉਹ ਫਿਰ ਤੁਹਾਡੇ ਚਰਨਾਂ ਵਿੱਚ ਸਮਾ ਜਾਂਦਾ ਹੈ। ਮਹਾਰਾਜ ਐਸਾ ਕੌਤਕ ਆਪ ਜੀ ਨੇ ਵਰਤਾਇਆ ਹੈ ਕਿ ਜਿਹੜਾ ਵੀ ਇਸ ਇਤਿਹਾਸ ਨੂੰ ਪੜ੍ਹੇਗਾ, ਸੁਣੇਗਾ, ਉਹਦੀ ਤੁਹਾਡੇ ਉੱਪਰ ਸ਼ਰਧਾ ਬਣੇ ਔਰ ਉਹ ਸਿੱਖ ਜਿਹੜਾ ਹੈ ਤੁਹਾਡੇ ਚਰਨਾਂ ਵਿੱਚ ਸਮਾ ਜਾਣਾ ਕਰੇ। ਗੁਰੂ ਤਥਾਸਤੂ ਤਬ ਕਹਿ ਦੀਨ। ਜਦੋਂ ਸਿੱਖ ਨੇ ਵਰ ਮੰਗਿਆ ਨਾ, ਗੁਰਮੁਖੋ ਅਰਦਾਸ ਵਿੱਚ ਆਪਾਂ ਬਚਨ ਕਰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਸਿੱਖ ਹਮੇਸ਼ਾ ਦੂਜਿਆਂ ਦਾ ਭਲਾ ਮੰਗਦਾ ਹੈ, ਕਿਉਂਕਿ ਸਿੱਖ ਦਾ ਗੁਰੂ ਵੀ ਭਲਾ ਮੰਗਦਾ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਗੁਰੂ ਵੀ ਭਲਾ ਮਨਾਉਂਦਾ ਹੈ ਸਾਰਿਆਂ ਦਾ, ਔਰ ਉਸ ਗੁਰੂ ਦਾ ਸਿੱਖ ਜਿਹੜਾ ਉਹ ਵੀ ਸਾਰਿਆਂ ਦਾ ਭਲਾ ਮਨਾਉਂਦਾ ਹੈ। ਸਿੱਖ ਨੇ ਭਲਾ ਮੰਗਿਆ ਸਾਰਿਆਂ ਦਾ, ਜਿਵੇਂ ਭਾਈ ਮਹਾਂ ਸਿੰਘ ਨੇ ਆਖਿਆ ਮਹਾਰਾਜ ਬਦਾਵਾ ਪਾੜ ਕੇ ਟੁੱਟੀ ਸਿੱਖੀ ਗੰਢੋ, ਭਲਾ ਹੀ ਮੰਗਿਆ ਨਾ ਸਿੱਖ ਨੇ। ਇਹ ਵੀ ਭਲਾ ਮੰਗਦਾ ਪਿਆ ਮਹਾਰਾਜ, ਜਿਹੜਾ ਵੀ ਇਸ ਇਤਿਹਾਸ ਨੂੰ ਪੜ੍ਹੇ ਜਾਂ ਸੁਣੇ, ਉਹਦੇ ਮਨ ਵਿੱਚ ਸ਼ਰਧਾ ਆਵੇ। ਜਿਹਦੇ ਮਨ ਵਿੱਚ ਸ਼ਰਧਾ ਆਵੇ, ਉਹਦਾ ਤੁਹਾਡੇ ਚਰਨਾਂ ਵਿੱਚ ਨਿਵਾਸ ਹੋਵੇ, ਮਹਾਰਾਜ ਜਨਮਾਂ 'ਚ ਨਾ ਜਾਵੇ। ਜਦੋਂ ਇਹ ਦਾਤ ਮੰਗੀ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖਾ, ਜਿਵੇਂ ਤੂੰ ਬਚਨ ਮੰਗਿਆ ਹੈ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ। ਜਿਹੜਾ ਇਸ ਇਤਿਹਾਸ ਨੂੰ ਸੁਣੇਗਾ, ਸ਼ਰਧਾਵਾਨ ਹੋਵੇਗਾ, ਉਹ ਸਾਡੇ ਚਰਨਾਂ ਵਿੱਚ ਆ ਕੇ ਲਿਵਲੀਨ ਹੋ ਜਾਏਗਾ। ਇਹ ਅਸੀਂ ਵਰ ਬਖਸ਼ਿਸ਼ ਕਰਦੇ ਹਾਂ। ਆਸ ਰਹਿਓ ਪੁਨ ਸਿੱਖ ਪਰਵੀਨ। ਇਹ ਜਿਹੜਾ ਸਿੱਖ ਹੈ ਮਹਾਰਾਜ ਜੀਆਂ ਦੇ ਕੋਲ ਫਿਰ ਕੁਝ ਸਮਾਂ ਰਿਹਾ, ਬੜਾ ਸਿਆਣਾ ਸਿੱਖ ਮਹਾਰਾਜ ਜੀਆਂ ਦਾ, ਸਤਿਗੁਰਾਂ ਦੇ ਕੋਲ ਰਹਿ ਕੇ ਜੀਵਨ ਦੀ ਕਮਾਈ ਕੀਤੀ ਹੈ, ਜੀਵਨ ਘੜਿਆ ਹੈ। ਕਿਉਂਕਿ ਘੜਿਆ ਹੈ ਸ਼ਬਦ ਸੱਚੀ ਟਕਸਾਲ, ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਉਹ ਸਿੱਖ ਦਾ ਜੀਵਨ ਘੜ ਦਿੰਦਾ ਹੈ। ਸੋ ਮਹਾਰਾਜ ਦੇ ਕੋਲ ਰਹਿ ਕੇ, ਸਿੱਖਾਂ ਦੀ ਸੰਗਤ ਵਿੱਚ ਰਹਿ ਕੇ ਇਹ ਸਿੱਖ ਨੇ ਆਪਣਾ ਜੀਵਨ ਘੜਿਆ ਹੈ। ਪ੍ਰੇਮ ਪਾਏ ਗੁਰ ਸੋਂ ਲਿਵ ਲਾਗੀ। ਸਤਿਗੁਰਾਂ ਦੇ ਨਾਲ ਇਸ ਨੇ ਪ੍ਰੇਮ ਪ੍ਰਾਪਤ ਕਰ ਲਿਆ, ਮਹਾਰਾਜ ਦੇ ਚਰਨਾਂ ਵਿੱਚ ਲਿਵ ਲੱਗੀ, ਇਸ ਦਾ ਧਿਆਨ ਹੀ ਜੁੜ ਗਿਆ। ਹਰ ਵੇਲੇ ਇਸ ਦੀ ਬਿਰਤੀ ਸਤਿਗੁਰਾਂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ। ਮੁਕਤ ਉਚਿਤ ਹੋਇਓ ਬੜ ਭਾਗੀ। ਇਹ ਵੱਡਿਆਂ ਭਾਗਾਂ ਵਾਲਾ ਸਿੱਖ ਗੁਰਮੁਖੋ ਮੁਕਤੀ ਦੇ ਯੋਗ ਹੋ ਗਿਆ। ਮੁਕਤੀ ਵੀ ਕਰਮਾਂ ਬਿਨਾਂ ਨਹੀਂ ਨਾ ਮਿਲਦੀ ਹੈ, ਇਹ ਕਰਮਾਂ ਦੀ ਦਾਤ ਹੈ। ਸਤਿਗੁਰੂ ਕਿਰਪਾ ਕਰਨ ਤੇ ਮੁਕਤੀ ਦੇ ਯੋਗ ਬਣਾ ਦਿੰਦੇ ਮਹਾਰਾਜ ਸਾਹਿਬ ਜੀ। ਇਹ ਸਿੱਖ ਨੂੰ ਮਹਾਰਾਜ ਨੇ ਮੁਕਤੀ ਦੇ ਯੋਗ ਬਣਾਇਆ ਹੈ। ਜਿਹੜਾ ਇਸ ਇਤਿਹਾਸ ਨੂੰ ਸ਼ਰਧਾ ਨਾਲ ਸਰਵਣ ਕਰੇਗਾ ਜਾਂ ਕੀਤਾ ਹੈ, ਉਸ ਨੂੰ ਵੀ ਮਹਾਰਾਜ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਮੁਕਤੀ ਦੀ ਦਾਤ ਬਖਸ਼ਿਸ਼ ਕਰਦੇ। ਇਹ ਮਹਾਰਾਜ ਦੀਆਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਅੱਗੇ ਮਾਤਾ ਗੁਜਰੀ ਜੀ ਸਤਿਗੁਰਾਂ ਕੋਲ ਸਿਫਾਰਿਸ਼ ਕਰਨਗੇ ਵੀ ਆਪਾਂ ਆਨੰਦਪੁਰ ਸਾਹਿਬ ਛੱਡੀਏ। ਮਾਤਾ ਜੀ ਕਿਹੜੇ ਕਿਹੜੇ ਭਜਨ ਕਰਨਗੇ ਔਰ ਗੁਰੂ ਪਾਤਸ਼ਾਹ ਕੀ ਕੌਤਕ ਵਰਤਾਉਣਗੇ, ਉਹ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲਿਖੈ ਕਤੈ ਨਾ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ। ਸ਼ਰਨ